ਦੇਖੋ ਜੀ, ਇਹ ਸਿਚੁਏਸ਼ਨ ਤਾਂ ਕਾਫੀ ਦੇਰ ਤੋਂ ਹੀ ਬਣ ਰਹੀ ਸੀਗੀ। ਰੂਸ ਤਾਂ ਸਗੋਂ 2014 'ਚ ਵੀ ਉਹਨੇ ਪਹਿਲਾਂ ਕ੍ਰੀਮੀਆ ਲਿਆ ਸੀਗਾ। ਉਦੋਂ ਬਾਅਦ ਉਹ ਲਗਾਤਾਰ ਦਬਾਅ ਬਣਾ ਰਿਹਾ ਸੀ ਯੂਕਰੇਨ 'ਤੇ। ਇੱਕ ਤਾਂ ਉਹ ਪੁਤਿਨ ਇਤਿਹਾਸ 'ਚੋਂ ਡਰॉ ਕਰਦਾ, ਦੂਸਰਾ ਉਹ ਉੱਥੋਂ ਦੀ ਜੋ ਰੂਸ ਦੀ ਸੁਰੱਖਿਆ ਦੀ ਸਟ੍ਰੈਟਜੀ ਹੈ, ਰਣਨੀਤੀ ਹੈ, ਸਦੀਆਂ ਤੋਂ ਚੱਲਦੀ ਆ ਰਹੀ, ਉਹਦੇ 'ਚੋਂ ਡਰॉ ਕਰਦਾ। ਇਹਨਾਂ ਥੋੜ੍ਹਾ ਜਿਹਾ ਸਾਨੂੰ ਨਾ ਇਹਦਾ ਇਤਿਹਾਸਿਕ ਪ੍ਰਸੰਗ ਸਮਝਣਾ ਪਊਗਾ ਕੀ ਆ। ਜਿਵੇਂ ਜਿਵੇਂ ਕੋਈ ਦੁਸ਼ਮਣ ਤਾਕਤ ਪੋਲੈਂਡ ਟੱਪ ਕੇ ਅੱਗੇ ਵੱਧਦੀ ਜਾਂਦੀ ਹੈ, ਤੇ ਖਾਸ ਕਰਕੇ ਯੂਕਰੇਨ ਤੇ ਬੈਲਾਰੂਸ 'ਚ ਆ ਜਾਂਦੀ ਆ, ਤਾਂ ਜਿਹੜਾ ਇਲਾਕਾ ਡਿਫੈਂਡ ਕਰਨਾ ਪੈਂਦਾ ਰੂਸ ਨੂੰ, ਜਿਹੜੇ ਇਲਾਕੇ ਨੂੰ ਉਹਨੇ ਆਪਦੇ ਦੁਸ਼ਮਣ ਨੂੰ ਰੋਕਣਾ, ਉਹ ਐਡਾ ਵੱਡਾ ਬਣ ਜਾਂਦਾ ਕਿ ਵੀ ਉੱਥੇ ਫੌਜੀ ਤਾਕਤ ਬਹੁਤ ਚਾਹੀਦੀ ਹੈ, ਤੇ ਸਟੈਂਡਿੰਗ ਫੌਜ ਬਹੁਤ ਚਾਹੀਦੀ ਹੈ, ਟੈਂਕ ਬਹੁਤ ਚਾਹੀਦੇ ਆ। ਕਿ ਜੇ ਰੂਸੀ ਨਾਗਰਿਕ ਤੇ ਜਾਂ ਰੂਸੀ ਐਥਨਿਸਿਟੀ ਵਾਲੇ ਬੰਦੇ ਤੇ, ਜਿਹੜਾ ਰੂਸ ਦਾ ਕਦੀ ਦੇ ਪੂਰਵਜ ਰਹੇ ਹੋਣ, ਉਹ ਰੂਸ ਦਾ ਪਾਸਪੋਰਟ ਵੀ ਲੈ ਸਕਦਾ, ਤੇ ਉਹਦੇ ਤੇ ਕਿਤੇ ਵੀ ਦੁਨੀਆ ਦੇ ਵਿੱਚ ਹਮਲਾ ਹੁੰਦਾ ਜਾਂ ਕੋਈ ਉਹਦੀ ਜਾਨ ਮਾਲ ਨੂੰ ਖਤਰਾ ਹੁੰਦਾ, ਤਾਂ ਰੂਸ ਉਹਦੇ ਵਿੱਚ ਇੰਟਰਫੀਅਰ ਕਰ ਸਕਦਾ। ਜਿਹੜਾ ਯੂਕਰੇਨ ਦਾ ਹਿੱਸਾ ਸੀ, ਉਹਦੇ ਵਿੱਚੋਂ ਰੂਸੀ ਭਾਸ਼ਾ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਸੀ, ਜਿਹੜਾ ਕਿ ਇੱਕ ਤਰ੍ਹਾਂ ਦਾ ਭਾਸ਼ਾਈ ਹਮਲਾ ਸੀ। ਪੰਜਾਬ ਤਾਂ ਇਸ ਗੱਲ ਨੂੰ ਬਹੁਤ ਬਿਹਤਰ ਸਮਝਦਾ ਕਿ ਕਿਸ ਤਰੀਕੇ ਨਾਲ ਭਾਸ਼ਾ ਨੂੰ ਖਤਮ ਕਰਕੇ ਕਲਚਰ ਨੂੰ ਖਤਮ ਕੀਤਾ ਜਾਂਦਾ। ਇਸੇ ਤਰ੍ਹਾਂ ਜੇ ਕੱਲ੍ਹ ਨੂੰ ਯੂਕਰੇਨ ਵਾਲੇ ਤਕੜੇ ਹੋ ਕੇ ਪੈ ਜਾਂਦੇ ਆ, ਜਾਂ ਉਹਨਾਂ ਦੇ ਵਿੱਚ ਇਹ ਭਾਵਨਾ ਆ ਜਾਂਦੀ ਕਿਸੇ ਨੂੰ ਇੰਡੀਪੈਂਡੈਂਟ ਰੱਖਣਾ, ਤਾਂ ਸ਼ਹਿਰਾਂ ਦੇ ਵਿੱਚ ਜੇ ਲੜਾਈ ਚਲੀ ਜਾਂਦੀ ਹੈ, ਸਟਰੀਟ ਟੂ ਸਟਰੀਟ ਫਾਈਟਿੰਗ ਹੋ ਜਾਂਦੀ ਹੈ, ਫਿਰ ਬਹੁਤ ਮੁਸ਼ਕਿਲ ਹੋ ਜਾਂਦਾ। ਜਰਮਨੀ ਤੇ ਅਮਰੀਕਾ ਯੂਕਰੇਨ ਦੇ ਮਸਲੇ 'ਤੇ ਇੱਕ ਦੂਜੇ ਨਾਲ ਇਤਫਾਕ ਨਹੀਂ ਰੱਖਦੇ, ਕਿਉਂਕਿ ਜਰਮਨੀ ਦੇ ਕਈ ਤਾਂ ਆਪਦੇ ਇੰਟਰਸਟਸ ਆ। ਇੱਕ ਤਾਂ ਮੋਟਾ ਸਿੱਧਾ ਉਹਦਾ ਇੰਟਰਸਟ ਆ ਕਿ ਰੂਸ ਤੋਂ ਗੈਸ ਮਿਲਦੀ ਹੈ। ਸੈਕਿੰਡ ਉਹਦਾ ਵੱਡਾ ਇਹ ਹੈ ਕਿ ਜਰਮਨੀ ਹਿਸਟੋਰੀਕਲੀ ਇਹ ਸਮਝਦਾ ਕਿ ਸਾਨੂੰ ਜਦੋਂ ਵੀ ਅਸੀਂ ਰੂਸ ਨਾਲ ਵਿਗਾੜੀ ਆ, ਸਾਨੂੰ ਪ੍ਰੋਬਲਮਸ ਹੈ, ਤੇ ਉਹ ਰੂਸ ਦੀਆਂ ਵੀ ਐਸਪੀਰੇਸ਼ਨਸ ਨੂੰ ਸਮਝਦਾ। ਸੈਂਕਸ਼ਨਸ ਕੋਈ ਨਵੀਆਂ ਚੀਜ਼ਾਂ ਨਹੀਂ ਹੈ। ਜਦੋਂ ਕਿਸੇ ਕਿਲੇ ਨੂੰ ਘੇਰਾ ਪਾਇਆ ਜਾਂਦਾ ਸੀਗਾ ਜਾਂ ਕਿਸੇ ਸ਼ਹਿਰ ਦੀ ਘੇਰਾਬੰਦੀ ਕੀਤੀ ਜਾਂਦੀ ਸੀ, ਕੋਈ ਇੱਕ ਤਰ੍ਹਾਂ ਸੈਂਕਸ਼ਨ ਹੀ ਹੁੰਦੀ ਸੀ ਨਾ, ਕਿ ਉਹਦੇ ਰਸਤਾ ਅੰਦਰੋਂ ਬਾਹਰ ਜਾਣੀ ਬੰਦ ਕਰ ਦਿਓ। ਅੱਜ ਆਪਾਂ ਉਹਨੂੰ ਕਾਨੂੰਨੀ ਤੋਂ ਉਹਨੂੰ ਕਸਟਮਸ ਦੇ ਥਰੂ ਜਾਂ ਸਿਸਟਮਸ ਦੇ ਥਰੂ ਲਾ ਦਿੰਦੇ ਹਾਂ ਕਿ ਇਸ ਦੇਸ਼ ਦੇ ਵਿੱਚ ਆਹ ਚੀਜ਼ ਜਾ ਸਕਦੀ ਹੈ, ਇਸ ਦੇਸ਼ 'ਚੋਂ ਆਹ ਚੀਜ਼ ਲਈ ਨਹੀਂ ਜਾ ਸਕਦੀ। ਹੈ ਤਾਂ ਉਸੇ ਦਾ ਵੀ ਵੱਡਾ ਰੂਲ, ਠੀਕ ਹੈ ਜੀ। ਭਾਰਤ 'ਤੇ ਵੀ 15-20 ਸਾਲ ਸੈਂਕਸ਼ਨਸ ਲੱਗੀਆਂ ਰਹੀਆਂ, ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਸੈਂਕਸ਼ਨ ਲੱਗੀਆਂ ਕਿ ਨਹੀਂ ਲੱਗੀਆਂ। ਖਾਲਸਿਆਂ ਤੇ ਮਿਸਲ ਕਾਲ 'ਚ ਸੈਂਕਸ਼ਨ ਹੀ ਲੱਗੀ ਹੁੰਦੀ ਸੀ ਨਾ, ਛੋਲਿਆਂ ਖਾ ਕੇ ਤੇ ਘੋੜਿਆਂ ਤੇ ਗੁਜ਼ਾਰਾ ਕਰ ਲੈਂਦੇ ਸੀਗੇ, ਤੇ ਉਹਨਾਂ ਨੂੰ ਸੈਂਕਸ਼ਨ ਮਹਿਸੂਸ ਹੀ ਨਹੀਂ ਹੁੰਦੀ ਸੀ ਕੋਈ। ਤਾਂ ਆਹੀ ਇਲਾਕਾ 500-600 ਕਿਲੋਮੀਟਰ ਦਾ, ਜਿਹਦੇ ਵਿੱਚੋਂ ਕਿਸੇ ਤਰੀਕੇ ਦਾ ਵੀ ਅਟੈਕ ਜਿਹੜਾ ਹੈ ਉਹ ਭਾਰਤ 'ਤੇ ਆਉਣ ਦੀ ਸੰਭਾਵਨਾ, ਜਾਂ ਭਾਰਤ ਨੇ ਜੇ ਅਟੈਕ ਦੂਜੇ ਪਾਸੇ ਕਰਨਾ, ਆਰਮਡ ਅਟੈਕ, ਕੈਵਲਰੀ ਅਟੈਕ ਕਰਨਾ, ਤਾਂ ਉਹ ਜਾ ਸਕਦਾ। ਤੁਸੀਂ ਇਤਿਹਾਸਿਕ ਤੌਰ 'ਤੇ ਵੀ ਵੇਖੋਗੇ, ਜਿਹੜਾ ਹਮਲਾ ਸਰਹੰਦ ਕੋਲੇ ਜਾਂ ਸਤਲੁਜ ਤੇ ਰੋਕ ਲਿਆ, ਉਹ ਤਾਂ ਰੁਕ ਗਿਆ। ਜਿਹੜਾ ਅੱਗੇ ਟੱਪ ਗਿਆ, ਪਾਣੀਪਤ ਆ ਗਿਆ, ਉਹ ਰੁਕਿਆ ਨਹੀਂ। ਫਿਰ ਪੋਲੀਟੀਸ਼ੀਅਨਸ ਨੂੰ ਜਦੋਂ ਦਿੱਲੀ ਦੇ ਹੁਕਮਨਾਮਿਆਂ ਨਾਲ ਬੈਠਦੇ ਆ, ਗੱਲਬਾਤ ਕਰਨ ਬੈਠਦੇ ਆ ਜਾਂ ਕੁਛ ਗੱਲ ਕਰਦੇ, ਤਾਂ ਉਹਨਾਂ ਨੂੰ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਸਾਡੀ ਇੰਪੋਰਟੈਂਸ ਇਕੱਲੀ 12-13 ਸੀਟਾਂ ਜਾਂ 1 ਜਾਂ 1.5% ਆਬਾਦੀ, ਸਾਡੀ ਜਿਹੜੀ ਜ਼ਰੂਰ ਇੰਪੋਰਟੈਂਸ ਆ, ਤਾਂ ਅਸੀਂ ਭਾਰਤ ਦੇ ਵਾਸਤੇ ਉਹ ਥਾਂ ਹੈਗੇ ਆ ਜਿੱਥੋਂ ਕਿ ਇਹ ਸਾਮਰਾਜ ਵੀ ਬਣਾ ਸਕਦਾ ਤੇ ਇਹ ਉਧੜ ਵੀ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਨਜ਼ਰੀਆ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਬੀਤੇ ਕੱਲ੍ਹ ਰੂਸ ਨੇ ਜਿਹੜਾ ਯੂਕਰੇਨ ਨਾਲ ਲੰਮੇ ਸਮੇਂ ਤੋਂ ਤਣਾਅ ਚੱਲਿਆ ਆ ਰਿਹਾ ਸੀ, ਅਤੇ ਕੱਲ੍ਹ ਜਿਹੜੀਆਂ ਰੂਸੀ ਫੌਜਾਂ ਨੇ ਉਹ ਯੂਕਰੇਨ ਦਾ ਬਾਰਡਰ ਲੰਘ ਕੇ ਤੇ ਰੂਸ ਦੇ ਸ਼ਹਿਰਾਂ ਦੇ ਵਿੱਚ ਹਮਲਾਵਰ ਹੋ ਕੇ ਹਵਾਈ ਹਮਲੇ ਵੀ ਚੱਲ ਰਹੇ ਨੇ। ਇਸ ਤੋਂ ਇਲਾਵਾ ਉਹ ਉਸ ਦੀ ਰਾਜਧਾਨੀ ਵੱਲ ਵੀ ਵੱਧ ਰਹੇ ਨੇ। ਇਸ ਸਾਰੇ ਮਸਲੇ ਦੇ ਵਿੱਚ ਪੰਜਾਬੀ ਦਰਸ਼ਕ ਨੇ ਜਿਹੜੇ ਸਾਡੇ, ਉਹ ਕਾਫੀ ਇੰਟਰਸਟ ਦਿਖਾ ਰਹੇ ਨੇ, ਤੇ ਉਹਦੇ ਬਾਰੇ ਜਾਣਕਾਰੀ ਲੈਣ ਲਈ ਅੱਜ ਅਸੀਂ ਸਿੱਖ ਚਿੰਤਕ ਅਜੇਪਾਲ ਸਿੰਘ ਬਰਾੜ ਹੋਣਾ ਕੋਲ ਪਹੁੰਚੇ ਹਾਂ। ਭਾਜੀ, ਚੈਨਲ ਉੱਤੇ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਮਸਲਾ ਬਣਿਆ ਆ ਸਾਰਾ, ਜਿਹੜਾ ਪਿਛਲੇ ਕੁਝ ਦਿਨਾਂ ਤੋਂ ਧੁਖਦਾ ਆ ਰਿਹਾ ਸੀ, ਵੈਸਟਰਨ ਕੰਟਰੀਜ਼ ਵੀ ਕਹਿ ਰਹੀਆਂ ਸੀ ਕਿ ਇੰਨੀ ਦੇਰ ਤੱਕ ਜਨਵਰੀ ਦਾ ਸਾਰੇ ਕੈਫਾ ਲਾ ਰਹੇ ਸੀ ਕਿ ਜਨਵਰੀ ਤੱਕ ਰੂਸ ਜਿਹੜਾ ਇਨਵੇਡ ਕਰੇਗਾ, ਤੇ ਉਹਨੇ ਉਹ ਕੱਲ੍ਹ ਇਨਵੇਡ ਕਰਤਾ। ਇਹਦੇ ਬਾਰੇ ਜਿਹੜੀ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ ਜੀ, ਇਹ ਸਿਚੁਏਸ਼ਨ ਤਾਂ ਕਾਫੀ ਦੇਰ ਤੋਂ ਹੀ ਬਣ ਰਹੀ ਸੀਗੀ। ਰੂਸ ਤਾਂ ਸਗੋਂ 2014 'ਚ ਵੀ ਉਹਨੇ ਪਹਿਲਾਂ ਕ੍ਰੀਮੀਆ ਲਿਆ ਸੀਗਾ। ਉਦੋਂ ਬਾਅਦ ਉਹ ਲਗਾਤਾਰ ਦਬਾਅ ਬਣਾ ਰਿਹਾ ਸੀ ਯੂਕਰੇਨ 'ਤੇ, ਅਤੇ ਉਹਦਾ ਜਿਹੜਾ ਜ਼ਾਹਰਾ ਤੌਰ 'ਤੇ ਉਹ ਗੱਲ ਕਰਦਾ, ਉਹ ਇਹ ਕਹਿੰਦਾ ਕਿ ਵੀ ਇੱਕ ਤਾਂ ਨਾਟੋ ਜਿਹੜੀ ਸੰਧੀ ਵਾਲੇ 'ਚ ਜੇ ਜਾਂਦਾ ਯੂਕਰੇਨ, ਤਾਂ ਮੇਰੇ ਬਾਰਡਰ 'ਤੇ ਆ ਜਾਂਦਾ ਬਿਲਕੁਲ ਉਹ,
ਤੇ ਦੂਸਰਾ ਜਿਹੜਾ ਉਹ ਕਹਿੰਦਾ ਕਿ ਬਈ ਜਿਹੜੀ ਇੱਥੋਂ ਦੀ ਹਕੂਮਤ ਆ ਉਹ ਇਸ ਇਲਾਕੇ ਨੂੰ ਐਂਟੀ ਰਸ਼ੀਆ ਕਰਦੀ ਜਾ ਰਹੀ ਆ, ਤੇ ਜਿਹੜੇ ਆ ਦੋ ਰੀਜਨਸ ਆ ਜਿੱਥੇ ਲੋਕੀ ਰੂਸੀ ਭਾਵਨਾ ਨਾਲ ਆਲੇ ਹੈਗੇ ਆ, ਰੂਸੀ ਕਲਚਰ ਵਾਲੇ ਆ, ਉਹਨਾਂ 'ਤੇ ਜੀਨੋਸਾਈਡ ਜਾਂ ਉਹਨਾਂ ਦਾ ਮਤਲਬ ਕਤਲੋਗਾਰਤ ਹੁੰਦਾ ਹੈ, ਜਾਂ ਕਹਿ ਲਓ ਵੀ ਉਹਨਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੈਗੀ ਆ। ਪਰ ਜਦੋਂ ਆਪਾਂ ਇਹਨੂੰ ਥੋੜ੍ਹਾ ਜਿਹਾ ਇਤਿਹਾਸਿਕ ਪ੍ਰਸੰਗ 'ਚ ਵੇਖਦੇ ਹਾਂ ਤਾਂ ਦੋਨਾਂ ਦੀ ਜਿਹੜੀ ਸੋਚ ਆ ਉਹ ਡਿਫਰੈਂਟ ਆ ਉਸ ਖਿੱਤੇ ਨੂੰ ਲੈ ਕੇ। ਤੇ ਇੱਕ ਤਾਂ ਉਹ ਪੂਤਿਨ ਇਤਿਹਾਸ 'ਚੋਂ ਡਰॉ ਕਰਦਾ, ਦੂਸਰਾ ਉਹ ਉੱਥੋਂ ਦੀ ਜੋ ਰੂਸ ਦੀ ਸੁਰੱਖਿਆ ਦੀ ਸਟ੍ਰੈਟਜੀ ਹੈ, ਰਣਨੀਤੀ ਆ, ਸਦੀਆਂ ਤੋਂ ਚੱਲਦੀ ਆ ਰਹੀ, ਉਹਦੇ 'ਚੋਂ ਡਰॉ ਕਰਦਾ। ਇਹ ਜਿਹੜੇ ਇਸ ਸਮੇਂ ਹਾਲਾਤ ਨੇ ਉੱਥੇ, ਉਹ ਕਿਵੇਂ ਦੇ ਹਾਲਾਤ ਨੇ? ਜਿਵੇਂ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਸ਼ਹਿਰੀ ਲਿਵਾਸਾਂ ਦੇ ਉੱਪਰ ਵੀ ਬੰਬਾਰੀ ਹੋ ਰਹੀ ਆ, ਤੇ ਉਹਦੇ ਬਾਰੇ ਥੋੜ੍ਹੀ ਜਿਹੜੀ ਦਰਸ਼ਕਾਂ ਨੂੰ ਜਾਣਕਾਰੀ। ਕੁਛ ਤਾਂ ਕਿਉਂਕਿ ਆਪਾਂ ਜ਼ਿਆਦਾਤਰ ਵੈਸਟਰਨ ਮੀਡੀਆ ਵੇਖਦੇ ਹਾਂ, ਹੈ ਨਾ, ਜਿਹੜਾ ਮੀਡੀਆ ਸਾਨੂੰ ਆਉਂਦਾ ਹੈ, ਜਿਵੇਂ ਚਾਹੇ CNN ਆ, ਚਾਹੇ BBC ਆ, ਉਹ ਸਾਨੂੰ ਉਹ ਚੀਜ਼ਾਂ ਜ਼ਿਆਦਾ ਦਿਖਾਉਂਦਾ ਜਿਹੜੀਆਂ ਉਹਨਾਂ ਨੂੰ ਸੂਟ ਕਰਦੀਆਂ, ਕਿ ਨੈਚੁਰਲ ਬਾਇਸ ਆ। ਵੈਸੇ ਉੱਥੇ ਜਿਹੜੀਆਂ ਕੈਜੂਅਲਟੀਜ਼ 137 ਦੇ ਕਰੀਬ ਅੱਜ ਸਵੇਰ ਤੱਕ ਹੋਈਆਂ ਸੀਗੀਆਂ, ਜਿਹੜੀਆਂ ਕਹੀਆਂ ਜਾ ਰਹੀਆਂ, ਪਰ ਉਹ ਦੋਨੇ ਪਾਸੇ ਦੀਆਂ ਵੀ ਕੈਜੂਅਲਟੀਆਂ ਕਹੀਆਂ ਜਾ ਰਹੀਆਂ, ਜਿਹੜੇ ਲੋਕ ਮਰੇ ਆ। ਅਤੇ ਜ਼ਿਆਦਾ ਜਿਹੜੀ ਬੰਬਾਰੀ ਹੋਈ ਆ ਉਹ ਸੈਨਿਕ ਟਿਕਾਣਿਆਂ 'ਤੇ ਹੋਈ ਆ, ਕਿਉਂਕਿ ਰੂਸ ਦਾ ਜਿਹੜਾ ਪੁਤਿਨ ਆ ਉਹ ਇਹ ਕਹਿ ਰਿਹਾ ਵੀ ਹਥਿਆਰ ਆਪਦੇ ਤੁਸੀਂ ਸਿੱਟ ਦਿਓ, ਲੜੋ ਨਾ ਸਾਡੇ ਨਾਲ। ਉਹਦਾ ਜਿਹੜਾ ਟੀਚਾ ਹੈ, ਇੱਕ ਤਾਂ ਉੱਥੇ ਹੈਗਾ ਫਰੈਂਡਲੀ ਸਰਕਾਰ, ਆਪਦੇ ਜਿਹੜੇ ਰੂਸ ਪੱਖੀ ਸਰਕਾਰ ਇੰਸਟਾਲ ਕਰਦਾ। ਦੂਸਰਾ ਉਹਦਾ ਇਹ ਆ ਕਿ ਵੀ ਇਹਨੂੰ ਮੈਂ ਮਿਲੀਟੈਰਲੀ ਹਥਿਆਰ ਸਟਾਦਾ, ਮਤਲਬ ਫੌਜੀ ਸ਼ਕਤੀ ਨਾ ਰਵੇ ਯੂਕਰੇਨ, ਜਾਂ ਸਮਝ ਲਓ ਵੀ ਜਿਹੜੀ ਉਹਦੀ ਫੌਜੀ ਸ਼ਕਤੀ ਹੋਵੇ ਉਹ ਰੂਸੀ ਸ਼ਕਤੀ ਹੋਵੇ, ਤਾਂ ਵੀ ਉਹ ਨਾਟੋ ਅੱਗੇ ਵੱਧ ਜੇ, ਤਾਂ ਉੱਥੇ ਨਾਟੋ ਦੀ ਨਾ ਆ ਸਕੇ। ਇਹਨਾਂ ਥੋੜ੍ਹਾ ਜਿਹਾ ਸਾਨੂੰ ਨਾ ਇਹਦਾ ਇਤਿਹਾਸਿਕ ਪ੍ਰਸੰਗ ਸਮਝਣਾ ਪਊਗਾ ਕੀ ਆ, ਕਿ ਜਿਹੜਾ ਕੀਵ ਸ਼ਹਿਰ ਹੈਗਾ ਜਿਹਦੀ ਹੁਣ ਕਹਿ ਰਹੇ ਵੀ ਘੇਰਾਬੰਦੀ, ਬੈਲਾਰੂਸ ਵੱਲੋਂ ਵੀ ਹਮਲਾ ਹੋ ਗਿਆ, ਚਰਨੋਬਿਲ ਲੈ ਲਿਆ ਉਹਨਾਂ ਨੇ ਜਿੱਥੇ ਰਿਐਕਟਰ ਫਟਿਆ ਸੀ, ਉਦੋਂ ਅੱਗੇ ਆ ਗਏ ਆ ਉਹ। ਅਤੇ ਉਹਦਾ ਜਿਹੜਾ ਕੀਵ ਦਾ ਜਿਹੜਾ ਸ਼ਹਿਰ ਆ, ਜਿਹੜਾ ਪਹਿਲਾ ਰੂਸੀ ਸਮਝ ਲਓ ਰਾਜ ਕਹਿ ਲਓ ਜਾਂ ਕੁਛ ਆ, ਉਹ ਉੱਥੋਂ ਸ਼ੁਰੂ ਹੋਇਆ ਸੀ। ਅਤੇ ਉਹ ਇੱਕ ਮੈਦਾਨੀ ਇਲਾਕੇ 'ਚ ਉੱਥੇ ਮੰਗੋਲਾਂ ਦੇ ਹਮਲੇ ਹੋਣ ਲੱਗ ਗਏ, ਤਾਂ ਉਹਨਾਂ ਨੇ ਉਹਨੂੰ ਡਿਫੈਂਸਿਵ ਕਰਨ ਵਾਸਤੇ, ਕਿਉਂਕਿ ਉੱਥੇ ਕਬਜ਼ਾ ਹੋ ਜਾਂਦਾ ਸੀ ਮੰਗੋਲਾਂ ਦਾ, ਉਹ ਕਾਫੀ ਦੇਰ ਮੰਗੋਲਾਂ ਦੇ ਕਬਜ਼ੇ 'ਚ ਵੀ ਰਹੇ ਆ, ਤਾਂ ਉੱਥੋਂ ਬਚਣ ਵਾਸਤੇ ਉਹਨਾਂ ਨੇ ਕੀ ਕੀਤਾ, ਰਾਜਧਾਨੀ ਨੂੰ ਥੋੜ੍ਹਾ ਜਿਹਾ ਉੱਤਰ ਲੈ ਗਏ। ਜਿਵੇਂ ਮਤਲਬ ਇਹ ਵੀ ਜਿਵੇਂ ਸਿੱਖਾਂ 'ਤੇ ਹਮਲੇ ਹੁੰਦੇ ਸੀ, ਜੇ ਕੱਲ੍ਹ ਨੂੰ ਹਮਲੇ ਕੰਟੀਨਿਊ ਕਰਦੇ ਤਾਂ ਵੀ ਉਹ ਲਾਹੌਰ ਦੀ ਬਜਾਏ ਸੋਚਦੇ ਵੀ ਅਸੀਂ ਜੰਮੂ ਹੋ ਜਾਈਏ। ਗੁਲਾਬ ਸਿੰਘ ਡੋਗਰੇ ਨੇ ਕੀਤਾ ਵੀ ਨਾ, ਵੇਖੋ ਜੰਮੂ 'ਚ ਆ ਕੇ ਉਹ ਪ੍ਰੋਟੈਕਟ ਹੋ ਗਿਆ, ਪਲੇਨਸ ਦੇ ਵਿੱਚੋਂ ਵੱਡੀ ਫੋਰਸ ਤੋਂ ਕਈ ਵਾਰੀ ਤੁਸੀਂ ਪ੍ਰੋਟੈਕਟ ਨਹੀਂ ਹੁੰਦੇ, ਤਾਂ ਉਹ ਆਪਦਾ ਰਾਜ ਉਹਨਾਂ ਨੇ ਰੱਖਣ ਵਾਸਤੇ ਉਹ ਜੰਮੂ ਮਾਸਕੋ ਆ ਗਏ। ਅਤੇ ਮਾਸਕੋ ਆਉਣ ਤੋਂ ਬਾਅਦ ਉਹ ਉੱਥੋਂ ਫਿਰ ਉਹਨਾਂ ਨੇ ਸਾਮਰਾਜ ਦਾ ਫੈਲਾਇਆ। ਤਾਂ ਉਹ ਇਹ ਕਹਿੰਦੇ ਆ ਕਿ ਇਤਿਹਾਸਿਕ ਤੌਰ 'ਤੇ ਰੂਸ ਤਾਂ ਉਹੀ ਆ ਨਾ, ਠੀਕ ਹੈ, ਅਤੇ ਉਹਨਾਂ ਦੀ ਰਿਸ਼ਤੇਦਾਰੀਆਂ ਵੀ ਆ, ਉਹਨਾਂ ਦੀ ਬੋਲੀ ਵੀ ਬਹੁਤ ਰਲਦੀ ਆ, ਉਹਨਾਂ ਦਾ ਕਲਚਰ ਵੀ ਰਲਦਾ ਇੱਕ ਪਾਸੇ ਦਾ, ਘੱਟੋ ਘੱਟ ਪੂਰਬੀ ਪਾਸੇ ਦਾ। ਦੂਸਰਾ ਕੀ ਆ ਕਿ ਜਿਹੜੀ ਰੂਸ ਦੀ ਸੁਰੱਖਿਆ, ਜਿਹੜਾ ਮੌਜੂਦਾ ਰੂਸ ਆ, ਉਹਦੀ ਜਿਹੜੀ ਸੁਰੱਖਿਆ ਉਹ ਉਹਦੇ ਵਿੱਚ ਕੀ ਹੈ ਕਿ ਜੇ ਤੁਸੀਂ ਉੱਥੋਂ ਦਾ ਨਕਸ਼ਾ ਵੇਖੋਗੇ ਯੂਰਪ ਦਾ, ਤਾਂ ਪੋਲੈਂਡ ਦੇ ਕੋਲੇ ਆ ਕੇ ਸਭ ਤੋਂ ਘੱਟ ਹੈਗੀ ਆ ਚੜਾਈ ਪਲੇਨਸ ਦੀ। ਉਦੋਂ ਬਾਅਦ ਚੜਾਈ ਵੱਧਦੀ ਜਾਂਦੀ ਹੈ ਪਲੇਨਸ ਦੀ, ਮਤਲਬ ਮੈਦਾਨੀ ਇਲਾਕੇ ਦੀ ਚੜਾਈ ਵੱਧਦੀ ਜਾਂਦੀ ਆ, ਅਤੇ ਨੀਚੇ ਪਹਾੜ ਆ, ਇੱਕ ਪਾਸੇ ਸਮੁੰਦਰ ਆ, ਅਤੇ ਐਂ ਮਤਲਬ ਕੋਨੀਕਲ ਜਾਂ ਕੋਨ ਵਰਗਾ ਇਲਾਕਾ ਬਣ ਜਾਂਦਾ, ਚੜਾਈ ਵੱਧਦੀ ਆ। ਜਿਵੇਂ ਜਿਵੇਂ ਕੋਈ ਦੁਸ਼ਮਣ ਤਾਕਤ ਪੋਲੈਂਡ ਟੱਪ ਕੇ ਅੱਗੇ ਵੱਧਦੀ ਜਾਂਦੀ ਹੈ, ਅਤੇ ਖਾਸ ਕਰਕੇ ਯੂਕਰੇਨ ਅਤੇ ਬੈਲਾਰੂਸ 'ਚ ਆ ਜਾਂਦੀ ਆ, ਤਾਂ ਜਿਹੜਾ ਇਲਾਕਾ ਡਿਫੈਂਡ ਕਰਨਾ ਪੈਂਦਾ ਰੂਸ ਨੂੰ, ਜਿਹੜੇ ਇਲਾਕੇ ਨੂੰ ਉਹਨੇ ਆਪਦੇ ਦੁਸ਼ਮਣ ਨੂੰ ਰੋਕਣਾ, ਉਹ ਐਡਾ ਵੱਡਾ ਬਣ ਜਾਂਦਾ ਕਿ ਵੀ ਉੱਥੇ ਫੌਜੀ ਤਾਕਤ ਬਹੁਤ ਚਾਹੀਦੀ ਹੈ, ਅਤੇ ਸਟੈਂਡਿੰਗ ਫੌਜ ਬਹੁਤ ਚਾਹੀਦੀ ਹੈ, ਟੈਂਕ ਬਹੁਤ ਚਾਹੀਦੇ ਆ। ਇਸੇ ਕਰਕੇ ਰੂਸ ਦੀ ਜਿਹੜੀ ਫੌਜ ਉਹਦੇ 'ਚ ਟੈਂਕ ਕਈ ਗੁਣਾ ਜ਼ਿਆਦਾ ਹੁੰਦੇ ਆ, ਤਾਂ ਉਹ ਇੰਨੇ ਜ਼ਿਆਦਾ ਚਾਹੀਦੇ ਆ ਕਿ ਉਹਨੂੰ ਇੱਕ ਤਾਂ ਸੁਰੱਖਿਆ ਖਤਰਾ ਹੈ, ਇੱਕ ਉਹਨੂੰ ਆਰਥਿਕ ਪੱਖੋਂ ਵੀ ਰੂਸ ਨੂੰ ਉਹ ਖਤਮ ਕਰ ਸਕਦਾ ਹੈ। ਅਤੇ ਇੱਥੇ ਫਿਰ ਇਸ ਕਰਕੇ ਰੂਸ ਦੀ ਇਹ ਸਟ੍ਰੈਟਜੀ ਰਣਨੀਤੀ ਬਣੀ ਕਿ ਵੀ ਇਹਨੂੰ ਕਿਵੇਂ ਨਾ ਕਿਵੇਂ ਅਸੀਂ ਆਪਦੇ ਫੋਲਡ 'ਚ ਲਈਏ। ਬਰਾੜ ਸਾਹਿਬ, ਜਿਹੜਾ ਰੂਸ ਨੇ ਇਨਵੇਜ਼ਨ ਕੀਤੀ ਆ, ਉਹਦਾ ਕੋਈ ਆਧਾਰ ਤਾਂ ਹੋਊਗਾ, ਜਿਵੇਂ ਬਗਾਵਤ ਕਹੀ ਜਾ ਰਹੀ ਹੈ, ਜਾਂ ਕੋਈ ਇੱਦਾਂ ਦਾ ਹਿਸਟਰੀ ਦੇ ਵਿੱਚ ਕੋਈ ਸੰਧੀ ਹੋਈ ਹੋਵੇ ਜਿਸ ਨੂੰ ਆਧਾਰ ਬਣਾ ਕੇ, ਕਿਉਂਕਿ ਆਮ ਜਿਵੇਂ ਭਾਰਤ ਨੇ ਬੰਗਲਾਦੇਸ਼ ਦੇ ਵਿੱਚ ਇਨਵੇਡ ਕਰਕੇ, ਪੂਰਬੀ ਪਾਕਿਸਤਾਨ 'ਚ ਇਨਵੇਡ ਕਰਕੇ ਬੰਗਲਾਦੇਸ਼ ਬਣਾ ਦਿੱਤਾ ਸੀ, ਉਹਦਾ ਆਧਾਰ ਰੂਸ ਵੱਲੋਂ ਕੀ ਦਿੱਤਾ ਜਾ ਰਿਹਾ? ਦੇਖੋ ਜੀ, ਸ਼ੁਰੂ 'ਚ ਤਾਂ ਉਹਨੇ ਜਿਹੜਾ ਆਧਾਰ ਬਣਾਇਆ ਸੀ ਉਹ ਇਹ ਸੀਗਾ ਕਿ ਵੀ ਆਪਣਾ ਯੂਕਰੇਨ ਨਾਟੋ ਨੂੰ ਸੰਧੀ ਜੁਆਇਨ ਕਰ ਰਿਹਾ। ਜਦੋਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਮਤਲਬ ਇੱਕ ਤਰ੍ਹਾਂ ਕਲੀਅਰ ਹੋ ਗਿਆ ਵੀ ਕਿ ਨਾਟੋ 'ਚ ਨਹੀਂ ਜਾ ਰਹੇ, ਤਾਂ ਉਹਨਾਂ ਜਿਹੜਾ ਸੈਕਿੰਡ ਉਹਦਾ ਆਧਾਰ ਬਣਾਇਆ, ਜਿਹੜਾ ਆਮ ਹੀ ਬਣਦਾ ਆਧਾਰ, ਮਤਲਬ ਇਹ ਕਾਮਨ ਆ, ਹੈ ਨਾ, ਜਦੋਂ ਪਾਕਿਸਤਾਨ ਨਾਲ ਭਾਰਤ ਦੀ ਜੰਗ ਹੋਈ ਤਾਂ ਅਸੀਂ ਕਿਹਾ ਅਸੀਂ ਬੰਗਲਾਦੇਸ਼ ਲਿਬਰੇਟ ਕਰਨ ਜਾ ਰਹੇ ਹਾਂ, ਹਾਲਾਂਕਿ ਉਹਨੂੰ ਤੋੜਨਾ ਸੀ ਪਾਕਿਸਤਾਨ ਨੂੰ, ਟਾਰਗੇਟ ਇਹ ਸੀ। ਇਸੇ ਤਰੀਕੇ ਨਾਲ ਜਦੋਂ ਇਰਾਕ 'ਚ ਜੇ ਅਮਰੀਕਾ ਆਇਆ ਤਾਂ ਉਹਨੇ ਕਿਹਾ ਵੀ ਅਸੀਂ ਇਰਾਕੀ ਲੋਕਾਂ ਦੀ ਲਿਬਰੇਸ਼ਨ ਵਾਸਤੇ ਜਾ ਰਹੇ ਹਾਂ। ਸੋ ਇਸੇ ਤਰੀਕੇ ਨਾਲ ਜਿਹੜਾ ਆਧਾਰ ਬਣਾਇਆ ਉਹਨੇ
ਬਣਾਇਆ ਕਿ ਉਹਦੀ ਜਿਹੜੀ ਪਾਰਲੀਮੈਂਟ ਸੀ ਜਿਹੜੀ ਡੂਮਾ ਜਿਹੜੀ ਉਹਨਾਂ ਦੀ ਮੇਨ ਬੋਡੀ ਆ ਇਲੈਕਟਿਡ ਬੋਡੀ, ਉਹਨੇ ਇਹ ਕਲੀਅਰ ਕੀਤਾ ਕਿ ਵੀ ਤੁਸੀਂ ਡੌਨਬਾਸ ਰੀਜਨ ਜਿਹੜਾ 2 ਸ਼ਹਿਰ ਆ ਡੌਨਟਸਕ ਅਤੇ ਲੁਹੈਂਸਕ, ਮੈਂ ਉਹ ਪ੍ਰੋਨਾਊਂਸ ਕਰਨ 'ਚ ਥੋੜ੍ਹੀ ਮੈਨੂੰ ਡਿਫਿਕਲਟੀ ਹੋ ਜਾਂਦੀ ਹੈ, ਈਸਟਰਨ ਯੂਰਪੀਅਨ ਨੇਮਸ ਆ, ਅਤੇ ਉਹ ਜਿਹੜੇ ਰੀਜਨ ਆ ਉਹਦੇ ਵਿੱਚ ਜੀ ਜਿਹੜੇ ਸਾਡੇ 'ਤੇ ਨਸਲੀ ਹਮਲੇ ਹੋ ਰਹੇ ਆ ਉੱਥੇ ਸਾਡੀ ਜੀਨੋਸਾਈਡ ਹੋ ਰਹੀ ਆ ਅਤੇ ਸਾਡੇ ਲੋਕਾਂ ਦੀ, ਅਤੇ ਉਹ ਰੂਸੀ ਲੋਕ ਹੈਗੇ ਆ। ਅਤੇ ਰੂਸ ਦਾ ਨਾ ਜਿਹੜਾ ਉਹਨਾਂ ਦਾ ਕੌਂਸਟੀਟਿਊਸ਼ਨ ਕਹਿ ਲਓ ਜਾਂ ਉਹਨਾਂ ਦਾ ਜੋ ਵੀ ਸੰਵਿਧਾਨ ਆ, ਉਹਦੇ ਵਿੱਚ ਇੱਕ ਪ੍ਰੋਵੀਜ਼ਨ ਆ ਕਿ ਜੇ ਰੂਸੀ ਨਾਗਰਿਕ 'ਤੇ ਜਾਂ ਰੂਸੀ ਐਥਨਿਸਿਟੀ ਵਾਲੇ ਬੰਦੇ 'ਤੇ ਜਿਹੜਾ ਰੂਸ ਦਾ ਕਦੀ ਜਿਹਦੇ ਪੂਰਵਜ ਰਹੇ ਹੋਣ, ਉਹ ਰੂਸ ਦਾ ਪਾਸਪੋਰਟ ਵੀ ਲੈ ਸਕਦਾ, ਅਤੇ ਉਹਦੇ 'ਤੇ ਕਿਤੇ ਵੀ ਦੁਨੀਆ ਦੇ ਵਿੱਚ ਹਮਲਾ ਹੁੰਦਾ ਜਾਂ ਕੋਈ ਉਹਦੀ ਜਾਨ ਮਾਲ ਨੂੰ ਖਤਰਾ ਹੁੰਦਾ ਤਾਂ ਰੂਸ ਉਹਦੇ ਵਿੱਚ ਇੰਟਰਫੀਅਰ ਕਰ ਸਕਦਾ। ਤਾਂ ਉਹਦੇ ਕਰਕੇ ਅਸੀਂ ਇੱਥੇ ਐਂਟਰ ਕਰ ਰਹੇ ਹਾਂ, ਅਸੀਂ ਉਹਨੂੰ ਬਚਾਉਣਾ ਹੈਗਾ। ਦੂਜੀ ਗੱਲ ਜਿਹੜੀ ਉਹਨੂੰ ਪ੍ਰੋਬਲਮ ਆ ਰਹੀ ਸੀ ਉਹ ਇਹ ਸੀਗੀ ਕਿ ਵੀ ਜਿਹੜਾ ਯੂਕਰੇਨ ਦਾ ਹਿੱਸਾ ਸੀ ਉਹਦੇ ਵਿੱਚੋਂ ਰੂਸੀ ਭਾਸ਼ਾ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਸੀ, ਜਿਹੜਾ ਕਿ ਇੱਕ ਤਰ੍ਹਾਂ ਦਾ ਭਾਸ਼ਾਈ ਹਮਲਾ ਸੀ। ਪੰਜਾਬ ਤਾਂ ਇਸ ਗੱਲ ਨੂੰ ਬਹੁਤ ਬਿਹਤਰ ਸਮਝਦਾ ਕਿ ਕਿਸ ਤਰੀਕੇ ਨਾਲ ਭਾਸ਼ਾ ਨੂੰ ਖਤਮ ਕਰਕੇ ਕਲਚਰ ਨੂੰ ਖਤਮ ਕੀਤਾ ਜਾਂਦਾ ਹੈ। ਸੋ ਇਹ ਮੁੱਖ ਕਾਰਨ ਸੀ ਜਿਹੜਾ ਉਹਨੇ ਲਿਆ ਕਿ ਵੀ ਮੈਂ ਇਹਨੂੰ ਇੱਥੇ ਆਉਣਾ। ਅਤੇ ਜਿਹੜੇ ਕੀ ਯੂਕਰੇਨ ਦੀ ਫੌਜ ਰਸ਼ੀਆ ਦਾ ਫੌਜ ਦਾ ਮੁਕਾਬਲਾ ਕਰਨ ਦੇ ਯੋਗ ਹੈ, ਜਾਂ ਜਿਵੇਂ ਯੂਕਰੇਨ ਵੱਲੋਂ ਵੈਸਟ ਤੋਂ ਮਦਦ ਵੀ ਮੰਗੀ ਜਾ ਰਹੀ ਹੈ, ਵੈਸਟ ਜਿਵੇਂ ਹੁਣ ਪੈਰ ਪਿੱਛੇ ਖਿੱਚ ਰਿਹਾ, ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਜਿਹੜਾ ਤਾਂ ਯੂਕਰੇਨ ਦਾ ਜਿਹੜੀ ਫੌਜੀ ਸ਼ਕਤੀ ਹੈ ਜੀ, ਹੈ ਨਾ, ਉਹ ਬਹੁਤ ਕੰਪੈਰੇਟਿਵਲੀ ਘੱਟ ਹੈਗੀ ਆ। ਫੌਜੀ ਸ਼ਕਤੀ ਹੀ ਨਹੀਂ ਘੱਟ, ਰੂਸ ਕੋਲੇ ਇੰਨੀ ਕੁ ਫੌਜ ਅਤੇ ਇੰਨੀ ਕੁ ਫਾਇਰ ਪਾਵਰ ਹੈਗੀ ਆ ਕਿ ਜਿਹੜੀ ਪਾਪੂਲੇਸ਼ਨ ਟੂ ਫੋਰਸ ਰੇਸ਼ੋ, ਕਿ ਲੈਟ ਕੱਲ੍ਹ ਨੂੰ ਪਾਪੂਲੇਸ਼ਨ ਹੀ ਉੱਠ ਖੜੇ ਤਾਂ ਪਾਪੂਲੇਸ਼ਨ ਟੂ ਫੋਰਸ ਜਿਹੜੀ ਰੇਸ਼ੋ ਹੈਗੀ ਉਹਦੇ ਕੋਲ ਸਫੀਸ਼ੀਐਂਟ ਹੈਗੀ ਆ ਕਿ ਉਹਨੂੰ ਦਬਾ ਸਕਦਾ ਹੈ। ਅਤੇ ਦੂਜੀ ਉੱਥੇ ਪਹਿਲਾਂ ਹੀ ਰਸ਼ੀਅਨ ਐਥਨੀਸਿਟੀ ਦੇ ਲੋਕ ਜਾਂ ਰਸ਼ੀਅਨ ਲੋਕ ਥਾਟ ਦੇ ਲੋਕ ਜਾਂ ਉਹਨਾਂ ਦੇ ਹੱਕ ਦੇ ਲੋਕ ਰਹਿੰਦੇ ਆ। ਇੱਕ ਜਿਹੜੀ ਗੱਲ ਉੱਥੇ ਹੋਰ ਸਮਝਣ ਵਾਲੀ ਹੈਗੀ ਆ ਉਹ ਇਹ ਆ ਕਿ ਵੀ ਰੂਸ ਦੇ ਵਿੱਚ ਜਿਹੜੀ ਸਨਅਤ ਆ, ਜਿਹੜਾ ਸਨਅਤੀ ਉਹ ਯੂਕਰੇਨ ਦੇ ਵਿੱਚ ਜਿਹੜੇ ਸਨਅਤੀ ਇਲਾਕਾ ਉਹ ਜ਼ਿਆਦਾ ਨਾਈਪਰ ਰਿਵਰ ਦੇ ਰਸ਼ੀਆ ਵਾਲੇ ਪਾਸੇ ਨੂੰ ਆ, ਉੱਥੇ ਮਾਈਨਸ ਆ, ਉੱਥੇ ਹੀ ਸਾਰਾ ਕੁਛ ਹੈਗਾ। ਤਾਂ ਉੱਥੇ ਜ਼ਿਆਦਾ ਰੂਸੀ ਐਥਨਿਕ ਸਿਟੀ ਦੇ ਲੋਕ ਰਹਿੰਦੇ ਜਾਂ ਰੂਸੀ ਪ੍ਰਭਾਵ ਵਾਲੇ ਲੋਕ ਰਹਿੰਦੇ ਹੈਗੇ ਆ। ਤਾਂ ਇੱਕ ਤਾਂ ਇਹ ਹੈਗਾ, ਦੂਜਾ ਜਿਹੜੇ ਉੱਥੋਂ ਦੀ ਜਿਹੜੀ ਇਕੋਨਮੀ ਆ ਅਤੇ ਸਟੇਟ ਆ ਨਾ ਜੀ, ਉਹ ਜਿਹੜੇ ਲੋਕ ਕੰਟਰੋਲ ਕਰਦੇ ਆ ਉਹ ਕੁਛ ਵੱਡੇ ਪਰਿਵਾਰ ਹੈਗੇ ਆ। ਜਿਵੇਂ ਆਪਣੇ ਪੰਜਾਬ 'ਚ ਵੀ 10, 15, 20 ਪਰਿਵਾਰ ਆ ਜਿਹੜੇ ਕੰਟਰੋਲ ਕਰਦੇ ਆ ਆਪਾਂ ਨੂੰ, ਉਵੇਂ ਉਹਨਾਂ ਦੀ ਇਕੋਨਮੀ ਨੂੰ, ਉਹਨਾਂ ਦੀ ਪੋਲੀਟਿਕਸ ਨੂੰ ਉਹ ਕੁਛ ਪਰਿਵਾਰ ਕੰਟਰੋਲ ਕਰਦੇ ਆ। ਉਹ ਓਲੀਗਾਰਕਸ ਜਿਹੜੇ ਹੈਗੇ ਆ ਉਹ ਉਹਨਾਂ ਦਾ ਜਿਹੜਾ ਝੁਕਾਅ ਹੈ, ਨੈਚੁਰਲ ਝੁਕਾਅ ਹੈ, ਉਹ ਜ਼ਿਆਦਾ ਰੂਸ ਵਾਲਾ, ਕਿਉਂਕਿ ਉਹਨਾਂ ਦਾ ਜਿਹੜਾ ਸਿਸਟਮ ਆ ਰੂਸ ਦੇ ਹਿਸਾਬ ਨਾਲ, ਜੇ ਜਮਹੂਰੀ ਸਿਸਟਮ ਆਉਂਦਾ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ। ਸੈਕੰਡਲੀ ਜਿਹੜਾ ਉਹਨਾਂ ਦਾ ਸਿਕਿਉਰਿਟੀ ਆਪਰੇਟਸ ਆ, ਜਿਹੜੀ ਫੌਜ ਦਾ ਉਤਲਾ ਸਟਰਕਚਰ ਆ, ਉਹ ਵੀ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਝੁਕਾਅ ਰੱਖਦਾ ਰੂਸ ਨਾਲ, ਕਿਉਂਕਿ ਉਹਨਾਂ ਲੋਕਾਂ ਨੇ ਇਕੱਠਿਆਂ ਨਾਲ ਨੌਕਰੀਆਂ ਕੀਤੀਆਂ, ਉਹਨਾਂ ਦੇ ਕਲਚਰ 'ਚੋਂ ਆ, ਰਿਸ਼ਤੇਦਾਰੀਆਂ ਇੱਕ ਦੂਜੇ ਨਾਲ, ਸੋ ਝੁਕਾਅ ਰੱਖਦਾ ਰੂਸ ਨਾਲ। ਸੋ ਐਡਾ ਸਿੰਪਲ ਨਹੀਂ ਗਾ ਕਿ ਉੱਥੇ ਇਹ ਹੋਵੇ, ਪਰ ਫਿਰ ਵੀ ਕੋਈ ਪਤਾ ਨਹੀਂ ਲੱਗਦਾ ਹੁੰਦਾ, ਦੇਸ਼ਾਂ ਦਾ ਫਸਦੇ ਆ। ਅਫਗਾਨਿਸਤਾਨ 'ਚ ਵੀ ਰੂਸ ਫਸਿਆ ਹੀ ਸੀ। ਇਸੇ ਤਰ੍ਹਾਂ ਜੇ ਕੱਲ੍ਹ ਨੂੰ ਯੂਕਰੇਨ ਵਾਲੇ ਤਕੜੇ ਹੋ ਕੇ ਪੈ ਜਾਂਦੇ ਆ ਜਾਂ ਉਹਨਾਂ ਦੇ ਵਿੱਚ ਇਹ ਭਾਵਨਾ ਆ ਜਾਂਦੀ ਕਿਸੇ ਨੂੰ ਇੰਡੀਪੈਂਡੈਂਟ ਰੱਖਣਾ, ਤਾਂ ਸ਼ਹਿਰਾਂ ਦੇ ਵਿੱਚ ਜੇ ਲੜਾਈ ਚਲੀ ਜਾਂਦੀ ਆ, ਸਟਰੀਟ ਟੂ ਸਟਰੀਟ ਫਾਈਟਿੰਗ ਹੋ ਜਾਂਦੀ ਆ, ਫਿਰ ਬਹੁਤ ਮੁਸ਼ਕਿਲ ਹੋ ਜਾਊਗਾ ਰੂਸ। ਜਿਵੇਂ ਦੀਆਂ ਮਤਲਬ ਅਮਰੀਕਾ ਵੱਲੋਂ ਚੇਤਾਵਨੀ ਵਾਰਨਿੰਗਸ ਦਿੱਤੀਆਂ ਜਾ ਰਹੀਆਂ ਸੀ ਯੂਕਰੇਨ ਨੂੰ ਇਨਵੇਜ਼ਨ ਤੋਂ ਪਹਿਲਾਂ, ਅਤੇ ਇਨਵੇਜ਼ਨ ਤੋਂ ਬਾਅਦ ਅਮਰੀਕਾ ਵੱਲੋਂ ਉਵੇਂ ਦਾ ਕੁਛ ਨਜ਼ਰ ਨਹੀਂ ਆਇਆ, ਵੀ ਨਾਟੋ ਵੱਲੋਂ ਵੀ ਕੋਈ ਇਹੋ ਜਿਹੀ ਪਹਿਲ ਕਦਮੀ ਨਹੀਂ ਕੀਤੀ ਗਈ। ਤਾਂ ਉਹ ਵੈਸਟਰਨ ਕੰਟਰੀਜ਼ ਕਿਵੇਂ ਡੀਲ ਕਰਨਗੀਆਂ ਜੇ ਸੈਂਕਸ਼ਨਸ ਲਾਉਣਗੀਆਂ? ਹੁਣ ਸੈਂਕਸ਼ਨ ਦੀ ਗੱਲ ਸਾਹਮਣੇ ਆ ਰਹੀ ਆ, ਅਤੇ ਉਹ ਕਿਵੇਂ ਦੀਆਂ ਸੈਂਕਸ਼ਨ ਹੋ ਸਕਦੀਆਂ ਅਤੇ ਉਹ ਕਿੰਨੀਆਂ ਕੋਈ ਇਫੈਕਟਿਵ ਹੋ ਸਕਦੀਆਂ? ਪਹਿਲੀ ਗੱਲ ਤਾਂ ਜਿਹੜਾ ਯੂਰਪੀਅਨ ਯੂਨੀਅਨ ਹੈਗਾ, ਯੂਰਪੀਅਨ ਯੂਨੀਅਨ 'ਚ ਖਾਸ ਕਰਕੇ ਜਰਮਨੀ, ਕਿਉਂਕਿ ਉਹੀ ਡੋਮੀਨੈਂਟ ਫੋਰਸ ਹੈ ਯੂਰਪੀਅਨ ਯੂਨੀਅਨ ਦੇ ਵਿੱਚ। ਜਰਮਨੀ ਅਤੇ ਅਮਰੀਕਾ ਯੂਕਰੇਨ ਦੇ ਮਸਲੇ 'ਤੇ ਇੱਕ ਦੂਜੇ ਨਾਲ ਇਤਫਾਕ ਨਹੀਂ ਰੱਖਦੇ, ਕਿਉਂਕਿ ਜਰਮਨੀ ਦੇ ਕਈ ਤਾਂ ਆਪਦੇ ਇੰਟਰਸਟਸ ਆ। ਇੱਕ ਤਾਂ ਮੋਟਾ ਸਿੱਧਾ ਉਹਦਾ ਇੰਟਰਸਟ ਆ ਕਿ ਰੂਸ ਤੋਂ ਉਹਨੂੰ ਗੈਸ ਮਿਲਦੀ ਆ। ਜਿਹੜਾ ਦੂਸਰਾ ਉਹਦਾ ਇੰਟਰਸਟ ਹੈ, ਕਿਉਂਕਿ ਜਰਮਨੀ ਨੇ ਕੀ ਕੀਤਾ ਸੀ, ਪਿੱਛੇ ਆਪਦੇ ਨਾ ਸਾਰੇ ਕੋਲੇ ਦੇ ਅਤੇ ਨਿਊਕਲੀਅਰ ਪਲਾਂਟਸ ਬੰਦ ਕਰਤੇ ਸੀ, ਅਤੇ ਰਿਪਲੈਨਿਸ਼ੇਬਲ ਸੋਰਸ ਵੱਲ ਵਧਣਾ ਸੀ, ਜਿਵੇਂ ਹੈਗੇ ਆ ਆਪਣੇ ਸੋਲਰ ਐਨਰਜੀ ਅਤੇ ਵਿੰਡ ਐਨਰਜੀ ਵੱਲ। ਤਾਂ ਟਰਾਂਜ਼ੀਸ਼ਨ ਵਾਸਤੇ CNG ਉਹਨੂੰ ਚਾਹੀਦੀ ਹੈ 20-30 ਸਾਲ ਵਾਸਤੇ, ਤਾਂ ਉਹਨੇ ਜ਼ਿਆਦਾ CNG 'ਤੇ ਡਿਪੈਂਡੈਂਟ ਹੋ ਚੁੱਕਿਆ, ਤਾਂ ਰਸ਼ੀਆ ਤੋਂ ਹੀ CNG ਮਿਲ ਸਕਦੀ ਹੈ। ਸੈਕਿੰਡ ਉਹਦਾ ਵੱਡਾ ਇਹ ਹੈ ਕਿ ਜਰਮਨੀ ਹਿਸਟੋਰੀਕਲੀ ਇਹ ਸਮਝਦਾ ਕਿ ਸਾਨੂੰ ਜਦੋਂ ਵੀ ਅਸੀਂ ਰੂਸ ਨਾਲ ਵਿਗਾੜੀ ਆ, ਸਾਨੂੰ ਪ੍ਰੋਬਲਮਸ ਆਈਆਂ ਹੁੰਦੀਆਂ, ਅਤੇ ਉਹ ਰੂਸ ਦੀਆਂ ਵੀ ਐਸਪੀਰੇਸ਼ਨਸ ਨੂੰ ਸਮਝਦਾ। ਤੀਜੀ ਕੌਨਸਪੀਰੇਸੀ ਥਿਓਰੀ ਵੀ ਚੱਲਦੀ ਹੈ, ਉਹ ਕਹਿੰਦੇ ਵੀ ਯੂਕਰੇਨ ਦਾ ਜਿਹੜਾ ਪੱਛਮੀ ਹਿੱਸਾ ਹੈ ਉਹ ਜਰਮਨੀ ਆਪਦੇ ਇਨਫਲੂਐਂਸ ਥੱਲੇ ਰਹਿਣਾ ਚਾਹੁੰਦਾ ਸੀ, ਅਤੇ ਬਾਕੀ ਵੱਢ ਕੇ ਉੱਧਰ ਨੂੰ ਜਾਂਦੇ, ਜਿਵੇਂ ਕਿਸੇ ਜ਼ਮਾਨੇ 'ਚ ਜਰਮਨੀ ਨੇ ਪੋਲੈਂਡ ਨਾਲ ਵੀ ਐਂ ਕੀਤੀ ਸੀ।
ਸੋ ਇਹ 3-4 ਮਸਲੇ ਸੀਗੇ ਜਿਹਦੇ 'ਚ ਜਰਮਨੀ ਸਾਇਲੈਂਟ ਆ ਜਾਂ ਜਰਮਨੀ ਥੋੜ੍ਹਾ ਜਿਹਾ ਪਿਛਾਂਹ ਨੂੰ ਪੈਰ ਖਿੱਚਦਾ ਹੈ, ਠੀਕ ਹੈ ਜੀ। ਦੂਜੀ ਗੱਲ ਆ ਕਿ ਹੁਣ ਸੋ ਜੰਗ ਵਾਲਾ ਹਿੱਸਾ ਤਾਂ ਖਤਮ ਹੋ ਗਿਆ ਹੈ ਨਾ। ਦੂਜੀ ਗੱਲ ਆ ਜਿਹੜੀ ਉੱਥੇ ਆ ਜਾਂਦੀ ਹੈ ਗੱਲ ਕਿ ਸੈਂਕਸ਼ਨਸ ਦੀ। ਸੈਂਕਸ਼ਨਸ ਜਿਹੜੀਆਂ ਨਾ ਜੀ, ਇਹ ਜ਼ਰੂਰੀ ਨਹੀਂ ਕਿ ਕੰਮ ਕਰ। ਇਹਦੇ 'ਤੇ ਕਾਰਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਆ ਮਲਡਰ, ਉਹਨਾਂ ਨੇ ਬਹੁਤ ਸੋਹਣੀ ਹੁਣ ਰਿਸਰਚ ਕੀਤੀ ਇਕਨੋਮਿਕ ਵਾਰਫੇਅਰ 'ਤੇ। ਸੈਂਕਸ਼ਨਸ ਕੋਈ ਨਵੀਆਂ ਚੀਜ਼ਾਂ ਨਹੀਂ ਗੀਆਂ। ਜਦੋਂ ਕਿਸੇ ਕਿਲੇ ਨੂੰ ਘੇਰਾ ਪਾਇਆ ਜਾਂਦਾ ਸੀਗਾ ਜਾਂ ਕਿਸੇ ਸ਼ਹਿਰ ਦੀ ਘੇਰਾਬੰਦੀ ਕੀਤੀ ਜਾਂਦੀ ਸੀ ਤਾਂ ਇੱਕ ਤਰ੍ਹਾਂ ਸੈਂਕਸ਼ਨ ਹੀ ਹੁੰਦੀ ਸੀ ਨਾ ਕਿ ਉਹਦੇ ਰਸਤਾ ਦੇ ਅੰਦਰੋਂ ਬਾਹਰ ਜਾਣੀ ਬੰਦ ਕਰ ਦਈਏ। ਅੱਜ ਆਪਾਂ ਉਹਨੂੰ ਕਾਨੂੰਨੀ ਤਾਂ ਉਹਨੂੰ ਕਸਟਮਸ ਦੇ ਥਰੂ ਜਾਂ ਸਿਸਟਮਸ ਦੇ ਥਰੂ ਲਾ ਦਿੰਦੇ ਹਾਂ ਕਿ ਇਸ ਦੇਸ਼ ਦੇ ਵਿੱਚ ਆਹ ਚੀਜ਼ ਜਾ ਸਕਦੀ ਹੈ, ਇਸ ਦੇਸ਼ 'ਚੋਂ ਆਹ ਚੀਜ਼ ਲਈ ਨਹੀਂ ਜਾ ਸਕਦੀ। ਹੈ ਤਾਂ ਉਸੇ ਦਾ ਵੀ ਵੱਡਾ ਰੂਪ ਉਹ, ਠੀਕ ਹੈ ਜੀ। ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜੀਆਂ ਸੈਂਕਸ਼ਨਸ ਹੈਗੀਆਂ ਇਹ ਛੋਟੇ ਦੇਸ਼ਾਂ 'ਤੇ ਤਾਂ ਬਹੁਤ ਕੰਮ ਕਰਦੀਆਂ। ਹਾਂ, ਰਸ਼ੀਆ ਨੂੰ ਅਸਰ ਕਰੂਗੀ, ਪਰ ਜਿਹੜੀਆਂ ਸੈਂਕਸ਼ਨਸ ਵੀ ਲੱਗ ਰਹੀਆਂ ਉਹ ਵੀ ਫੇਸ ਸੇਵਿੰਗ ਹੈਗੀ ਆ। ਕੋਈ ਉਹਨੀਆਂ ਸੈਂਕਸ਼ਨਸ ਨਹੀਂ ਉਹ ਲਾ ਰਹੇ ਜਿਹੜੀਆਂ ਕਿ ਬਹੁਤ ਖਤਰਨਾਕ ਹੋਣ। ਜਿਵੇਂ ਸਭ ਤੋਂ ਵੱਡੀ ਸੈਂਕਸ਼ਨ ਇਹ ਹੁੰਦੀ ਆ ਕਿ ਜਿਹੜੀ ਬੈਂਕ ਦੇ ਪੈਸਿਆਂ ਦੀ ਟਰਾਂਸਫਰ ਆ ਉਹਦੇ 'ਚ ਸਵਿਫਟ ਅਕਾਊਂਟ ਹੁੰਦਾ, ਉਹ ਸਵਿਫਟ ਅਕਾਊਂਟ ਬੰਦ 'ਚ ਉਹਦੀ ਹਿੱਸੇਦਾਰੀ ਬੰਦ ਕਰ ਦਿੱਤੀ ਜਾਵੇ। ਉਹ ਚਾਲੂ ਹੈਗੀ ਆ। ਹੋਰ ਵੀ ਕਈ ਚੀਜ਼ਾਂ ਚਾਲੂ ਹੈਗੀਆਂ। ਕਈ ਐਸੇ ਸਕੇਅਰਸ ਮੈਟਲਸ ਆ ਜਾਂ ਜ਼ਰੂਰੀ ਚੀਜ਼ਾਂ ਹੈ ਜਿਹੜੀਆਂ ਰਸ਼ੀਆ ਤੋਂ ਹੀ ਮਿਲਣੀਆਂ। ਸੋ ਸੈਂਕਸ਼ਨਸ ਵੀ ਇੱਕ ਲਿਮਟਿਡ ਜਿਹਾ ਅਸਰ ਕਰਨੀਆਂ। ਤੁਸੀਂ ਮੋਟਾ ਇਹ ਕਹਿ ਲਓ ਕਿ ਵੀ ਵੈਸਟ ਨੇ ਕਿਤੇ ਨਾ ਕਿਤੇ, ਸਪੈਸ਼ਲੀ ਅਮਰੀਕਾ ਨੇ ਕਿਤੇ ਨਾ ਕਿਤੇ ਅੰਦਰੋਂ ਇਹ ਮੰਨ ਲਿਆ ਕਿ ਹਾਂ ਵੀ ਇਹ ਯੂਕਰੇਨ ਤੱਕ ਇਹ ਆ ਜੇ, ਠੀਕ ਆ, ਅਗਾਂਹ ਦਾ ਰੌਲਾ ਪਾਈ ਜਾਏ। ਮਤਲਬ ਇਹ ਇਸ ਤੋਂ ਪਹਿਲਾਂ ਈਰਾਨ 'ਤੇ ਵੀ ਅਸੀਂ ਵੇਖ ਚੁੱਕੇ ਹਾਂ ਸੈਂਕਸ਼ਨ। ਇੱਕ ਛੋਟੀ ਜਿਹੀ ਕੰਟਰੀ ਆ, ਚਲੋ ਹੈ ਤਾਂ ਤਾਕਤਵਰ ਆ, ਪਰ ਉਹ ਸੈਂਕਸ਼ਨ ਦੇ ਬਾਵਜੂਦ ਵੀ ਉੱਥੋਂ ਦੇ ਹੁਕਮਰਾਨ ਝੁਕੇ ਨਹੀਂ ਜਿਵੇਂ ਉਹ ਝੁਕਾਉਣਾ ਚਾਹੁੰਦੇ ਸੀ। ਉਸ ਤੋਂ ਅੱਗੇ ਗੱਲ ਆ ਜਾਂਦੀ ਕਿ ਇਹ ਜਿਹੜਾ ਜਿੰਨੇ ਵੀ ਉੱਥੇ ਹਿਲਜੁਲ ਹੋ ਰਹੀ ਆ ਉਹਦਾ ਕੋਈ ਸਾਊਥ ਏਸ਼ੀਆ ਇਸ ਖਿੱਤੇ ਦੇ ਉੱਤੇ ਵੀ ਪ੍ਰਭਾਵ ਪੈ ਸਕਦਾ ਭਵਿੱਖ ਦੇ ਵਿੱਚ, ਅਤੇ ਚੀਨ ਇਸ ਨੂੰ ਕਿਵੇਂ ਦੇਖਦਾ ਆ? ਤੁਹਾਨੂੰ ਵੈਸੇ ਮੈਂ ਸੈਂਕਸ਼ਨਸ ਬਾਰੇ ਇੱਕ ਦੱਸਾਂ ਕਿ ਭਾਰਤ 'ਤੇ ਵੀ 15-20 ਸਾਲ ਸੈਂਕਸ਼ਨਸ ਲੱਗੀਆਂ ਰਹੀਆਂ ਅਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਸੈਂਕਸ਼ਨ ਲੱਗੀਆਂ ਕਿ ਨਹੀਂ ਲੱਗੀਆਂ ਆਮ ਬੰਦੇ, ਕਿਉਂਕਿ ਆਪਾਂ ਪਹਿਲੀ ਗੱਲ ਤਾਂ ਉਸ ਲੈਵਲ ਆਫ ਸਟੈਂਡਰਡ ਆਫ ਲਿਵਿੰਗ ਉਸ ਲੈਵਲ ਤੱਕ ਹੀ ਨਹੀਂ ਸੀਗੇ ਅਤੇ ਆਪਾਂ ਨੂੰ ਆਮ ਰੋਜ਼ਮਰਾ ਇੱਥੋਂ ਕੰਮ ਚੱਲੀ ਜਾਂਦਾ ਸੀ। ਉਹ ਸੈਂਕਸ਼ਨਸ ਵੀ ਕਿਹਦੇ 'ਤੇ ਲਾਉਣੀਆਂ ਕਿਹਦੇ 'ਤੇ ਨਹੀਂ ਲਾਉਣੀਆਂ, ਉਹ ਆ ਖਾਲਸਿਆਂ 'ਤੇ ਮਿਸਲ ਕਾਲ 'ਚ ਸੈਂਕਸ਼ਨ ਹੀ ਲੱਗੀ ਹੁੰਦੀ ਸੀ ਨਾ। ਛੋਲਿਆਂ ਖਾ ਕੇ ਅਤੇ ਘੋੜਿਆਂ 'ਤੇ ਗੁਜ਼ਾਰਾ ਕਰ ਲੈਂਦੇ ਸੀਗੇ ਅਤੇ ਉਹਨਾਂ ਨੂੰ ਸੈਂਕਸ਼ਨ ਮਹਿਸੂਸ ਹੀ ਨਹੀਂ ਹੁੰਦੀ ਸੀ ਕੋਈ। ਸੋ ਬਟ ਆਪਾਂ ਹੁਣ ਸਾਊਥ ਏਸ਼ੀਆ 'ਤੇ ਆਉਂਦੇ ਹਾਂ। ਸਾਊਥ ਏਸ਼ੀਆ 'ਤੇ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝਣ ਦੀ ਲੋੜ ਆ, ਇੱਕ ਤਾਂ ਆਪਾਂ ਨੌਲੇਜ ਹੀ ਡਰਾ ਕਰ ਸਕਦੇ ਹਾਂ ਕਿ ਯੂਕਰੇਨ ਜਿਹੜਾ ਹੈਗਾ ਜਾਂ ਪੋਲੈਂਡ ਜਿਹੜਾ, ਉਹ ਤਕਰੀਬਨ ਪੰਜਾਬ ਦਾ ਜਿਹੜਾ ਮੌਜੂਦਾ ਖਿੱਤਾ ਹੈ, ਮੈਂ ਇਹ ਕਹਿੰਦਾ ਕਿ ਸਾਡੇ ਜਿਹੜੇ ਪੋਲੀਟੀਸ਼ੀਅਨਸ ਆ ਪੰਜਾਬ ਦੇ, ਉਹਨਾਂ ਨੂੰ 2-3 ਚੀਜ਼ਾਂ ਸਿੱਖਣ ਦੀ ਲੋੜ ਆ ਯੂਕਰੇਨ ਤੋਂ। ਇੱਕ ਤਾਂ ਇਹ ਕਿ ਬਈ ਉਹਦੇ ਤੋਂ ਜਿਹੜਾ ਹੈਗਾ ਕਿ ਵੀ ਜਿਹੜਾ ਪੋਲੈਂਡ ਜਾਂ ਯੂਕਰੇਨ ਆ ਉਹ ਤਕਰੀਬਨ ਉਵੇਂ ਹੀ ਆ ਰੂਸ ਵਾਸਤੇ, ਪੰਜਾਬ ਉਵੇਂ ਹੀ ਆ ਭਾਰਤ ਵਾਸਤੇ ਜਿਵੇਂ ਇਹ ਪੋਲੈਂਡ ਜਾਂ ਯੂਕਰੇਨ ਹੈਗੇ ਆ, ਖਾਸ ਕਰਕੇ ਯੂਕਰੇਨ। ਅਤੇ ਉਹਦੀ ਰਾਜਨੀਤੀ 'ਚ ਵੀ ਰੂਸ ਜਾਂ ਦੂਜੇ ਦੇਸ਼ ਕਰਦੇ ਰਹਿੰਦੇ ਆ। ਜਿਵੇਂ ਪੰਜਾਬ ਦੀ ਜਿਹੜੀ ਰਾਜਨੀਤੀ ਆ, ਜਿਹੜੀ ਇੱਥੇ ਸਰਕਾਰ ਆਉਂਦੀ ਉਹਦੇ 'ਚ ਦਿੱਲੀ ਦਾ ਡਾਇਰੈਕਟ ਜਾਂ ਇੰਡਾਇਰੈਕਟ ਕੋਈ ਹੱਥ ਹੁੰਦਾ ਹੈ ਜੀ ਹਮੇਸ਼ਾ। ਦੂਸਰੀ ਗੱਲ ਇਹ ਆ ਕਿ ਬਈ ਜਿਹੜਾ ਹੈਗਾ ਤੁਹਾਡਾ ਆਪਣੇ ਇੱਥੇ ਕੁਛ ਫੈਮਲੀਜ਼ ਆ ਜਿਹੜੀਆਂ ਪੂਰੀ ਤਰ੍ਹਾਂ ਇੱਥੇ ਕੰਟਰੋਲ ਕਰਦੀਆਂ, ਠੀਕ ਹੈ ਨਾ ਜੀ, ਜਿਹੜੇ ਸਿਸਟਮ ਨੂੰ ਕੰਟਰੋਲ ਕਰਦੀਆਂ। ਪਰ ਸਭ ਤੋਂ ਵੱਡੀ ਗੱਲ ਆ ਸੁਰੱਖਿਆ ਵਾਲੇ ਪਾਸਿਓਂ ਲੈ ਕੇ, ਕਿ ਸੁਰੱਖਿਆ ਦੀ ਜਿਹੜੀ ਇੰਪੋਰਟੈਂਸ ਦੇ ਹੈਗੀ ਆ ਉਹ ਐਂ ਹੈ ਕਿ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਪੋਲੈਂਡ ਕੋਲ ਇੱਕ ਛੋਟਾ ਜਿਹਾ ਇਲਾਕਾ ਜੇ ਉੱਥੋਂ ਗਾਂਹ ਫੌਜ ਵੱਧਦੀ ਹੈ ਅਤੇ ਜਿਵੇਂ ਉਹ ਪੱਛਮ ਵੱਲ ਪੂਰਬ ਵੱਲ ਆਈ ਜਾਊਗੀ ਤਾਂ ਰੂਸ ਨੂੰ ਸੁਰੱਖਿਆ 'ਤੇ ਵੱਧ ਖਰਚਣਾ ਪੈਂਦਾ ਹੈ। ਜੇ ਭਾਰਤ ਨੂੰ ਵੀ ਆਪਾਂ ਦੇਖੀਏ ਤਾਂ ਇੱਕ ਪਾਸੇ ਜੰਮੂ ਤੋਂ ਅੱਗੇ ਪਹਾੜ ਹੈਗੇ ਆ ਅਤੇ ਗੰਗਾਨਗਰ ਤੋਂ ਥੱਲੇ ਰੇਗਿਸਤਾਨ ਆ। ਰੇਗਿਸਤਾਨ ਤੋਂ ਅੱਗੇ ਗੁਜਰਾਤ ਦੀ ਕੱਛ ਦਾ ਇਲਾਕਾ ਆ ਜਾਂਦਾ। ਰੇਗਿਸਤਾਨ ਦੇ ਵਿੱਚ ਵੀ ਟੈਂਕਾਂ ਦੇ ਕਾਲਮ, ਬਹੁਤ ਵੱਡਾ ਰੇਗਿਸਤਾਨ ਆ, ਉਹ ਸਪਲਾਈ ਲਾਈਨ ਨਹੀਂ ਬਣਦੀ, ਟੈਂਕਾਂ ਦੇ ਕਾਲਮ ਨਹੀਂ ਵੱਧ ਸਕਦੇ। ਕੱਛ ਦੇ ਵਿੱਚ ਵੀ ਵਧਾ ਕੇ ਕੋਈ ਲੰਬਾ ਚੌੜਾ ਉਹਨਾਂ ਨੂੰ ਫਾਇਦਾ ਨਹੀਂ, ਉੱਥੇ ਵੀ ਪ੍ਰੋਬਲਮਸ ਆ, ਸਪਲਾਈ ਲਾਈਨਸ ਰੱਖਣੀਆਂ ਮੁਸ਼ਕਿਲ ਆ, ਹੋਰ ਵੀ ਬੜੀਆਂ ਡਿਫੀਕਲਟੀਜ਼ ਹੈਗੀਆਂ ਅਤੇ ਵਧਣਾ ਵੀ ਔਖਾ ਕਿਉਂਕਿ ਦਲਦਲ ਹੈਗੀ ਆ। ਤਾਂ ਆਹੀ ਇਲਾਕਾ ਹੈ 500-600 ਕਿਲੋਮੀਟਰ ਦਾ, ਜਿਹਦੇ ਵਿੱਚੋਂ ਕਿਸੇ ਤਰੀਕੇ ਦਾ ਵੀ ਅਟੈਕ ਜਿਹੜਾ ਹੈ ਉਹ ਭਾਰਤ 'ਤੇ ਆਉਣ ਦੀ ਸੰਭਾਵਨਾ ਹੈ। ਜਾਂ ਭਾਰਤ ਨੇ ਜੇ ਅਟੈਕ ਦੂਜੇ ਪਾਸੇ ਕਰਨਾ, ਆਰਮਡ ਅਟੈਕ, ਕੈਵਲਰੀ ਅਟੈਕ ਕਰਨਾ ਤਾਂ ਉਹ ਜਾ ਸਕਦਾ। ਜੇ ਉਹ ਇੱਧਰੋਂ ਆਉਂਦਾ ਤਾਂ ਸਿਰਫ 2 ਦਰਿਆ ਟੱਪਣ ਤੋਂ ਬਾਅਦ ਜੇ ਅਗਲਾ ਇਲਾਕਾ ਉਹ ਟੱਪ ਜਾਂਦੇ ਆ ਤਾਂ ਉਹਨਾਂ ਕੋਲੇ ਆਪਸ਼ਨਸ, ਜਿਵੇਂ ਰੂਸ ਦੀ ਯੂਕਰੇਨ ਟੱਪਣ ਤੋਂ ਬਾਅਦ ਬਹੁਤ ਆਪਸ਼ਨਸ ਵੱਧ ਜਾਂਦੀਆਂ, ਜਾਂ ਐਨਮੀ ਕੋਲੇ ਬਹੁਤ ਵੱਡਾ ਆਪਸ਼ਨਸ ਵੱਧ ਜਾਂਦੀਆਂ। ਤੁਸੀਂ ਇਤਿਹਾਸਿਕ ਤੌਰ 'ਤੇ ਵੀ ਵੇਖੋਗੇ, ਜਿਹੜਾ ਹਮਲਾ ਸਰਹੰਦ ਕੋਲੇ ਜਾਂ ਸਤਲੁਜ 'ਤੇ ਰੋਕ ਲਿਆ ਉਹ ਤਾਂ ਰੁਕ ਗਿਆ, ਜਿਹੜਾ ਅੱਗੇ ਟੱਪ ਗਿਆ ਪਾਣੀਪਤ ਆ ਗਿਆ ਉਹ ਰੁਕਿਆ ਨਹੀਂ ਫਿਰ ਹਮਲਾ, ਠੀਕ ਹੈ ਜੀ। ਮੀਰ ਮਨੂੰ ਨੇ ਅਬਦਾਲੀ ਵਾਲਾ ਹਮਲਾ ਸਰਹੰਦ 'ਤੇ ਸਤਲੁਜ ਦੇ ਦਰਿਆ 'ਤੇ ਰੋਕਿਆ ਸੀ, ਜਿਹੜਾ ਸਰਹੰਦ ਦੇ ਨੇੜੇ। ਪਰ ਉਦੋਂ ਬਿਯੋਂਡ ਜਦੋਂ ਟੱਪ ਜਾਂਦੇ ਆ, ਪਾਣੀਪਤ ਦੁਸ਼ਮਣ ਆ ਜਾਂਦਾ ਜਾਂ ਵੱਡੀਆਂ ਪਲੇਨਸ ਦੇ ਵਿੱਚ ਆ ਜਾਂਦਾ ਤਾਂ ਉਹਦੇ ਕੋਲੇ ਮਨੂਵਰੇਬਿਲਟੀ ਬਹੁਤ ਆ ਜਾਂਦੀ, ਉਹ ਕਿਸੇ ਪਾਸੇ ਵੀ ਮੂਵ ਕਰ ਸਕਦਾ ਹੁੰਦਾ ਅਤੇ ਉਹਨੂੰ ਰੋਕਣਾ ਬਹੁਤ ਮੁਸ਼ਕਿਲ ਆ। ਸੋ ਸਾਡੇ
ਪੋਲੀਟੀਸ਼ੀਅਨਸ ਨੂੰ ਜਦੋਂ ਦਿੱਲੀ ਦੇ ਹੁਕਮਰਾਨਾਂ ਨਾਲ ਬੈਠਦੇ ਆ, ਗੱਲਬਾਤ ਕਰਨ ਬੈਠਦੇ ਆ ਜਾਂ ਕੁਝ ਗੱਲ ਕਰਦੇ, ਤਾਂ ਉਹਨਾਂ ਨੂੰ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਸਾਡੀ ਇੰਪੋਰਟੈਂਸ ਇਕੱਲੀ 12-13 ਸੀਟਾਂ ਜਾਂ 1 ਜਾਂ 1.5% ਆਬਾਦੀ ਨਹੀਂ। ਸਾਡੀ ਜਿਹੜੀ ਇੰਪੋਰਟੈਂਸ ਆ, ਤਾਂ ਅਸੀਂ ਭਾਰਤ ਦੇ ਵਾਸਤੇ ਉਹ ਥਾਂ ਹੈਗੇ ਆ ਜਿੱਥੋਂ ਕਿ ਇਹ ਸਾਮਰਾਜ ਵੀ ਬਣਾ ਸਕਦਾ ਅਤੇ ਇਹ ਉਧੜ ਵੀ ਸਕਦਾ, ਠੀਕ ਹੈ ਨਾ। ਸੋ ਸਾਡੀ ਇੰਪੋਰਟੈਂਸ ਉਹ ਆ ਅਤੇ ਸਾਨੂੰ ਉਸ ਤਰੀਕੇ ਦੀ ਹੀ ਡੀਲਿੰਗ ਦਿੱਤੀ ਜਾਵੇ। ਦੂਸਰੀ ਗੱਲ ਜਿਹੜੀ ਵੱਡੀ ਹੋਊਗੀ ਕਿ ਹੁਣ ਤੁਸੀਂ ਵੇਖੋ ਇਮਰਾਨ ਉੱਥੇ ਚਲੇ ਗਏ ਆ, ਅਤੇ ਉਹ ਇਮਰਾਨ ਦੇ ਉੱਥੇ ਜਾਣ ਨਾਲ ਇੱਕ ਗੱਲ ਬੜੀ ਕਲੀਅਰ ਆ ਕਿ ਰੂਸ, ਪਾਕਿਸਤਾਨ, ਚੀਨ ਅਤੇ ਈਰਾਨ ਵੀ ਟੂ ਸਮ ਐਕਸਟੈਂਟ ਇਹ ਬਹੁਤ ਵੱਡਾ ਇੱਕ ਬਲੋਕ ਬਣਦਾ ਜਾ ਰਿਹਾ। ਟਰਕੀ ਵੀ ਇਨਵੋਲਡ ਆ, ਠੀਕ ਆ, ਹੋਰ ਮੁਸਲਮਾਨ ਵੀ ਨਿੱਕੇ ਸੈਂਟਰਲ ਏਸ਼ੀਆ ਦੇ ਮੁਲਕ ਵੀ ਸਾਥ ਦੇਣਗੇ, ਤਾਂ ਇਹ ਏਰੀਆ ਇਕੱਠਾ ਹੁੰਦਾ ਜਾਂਦਾ ਹੈ। ਕਿਤੇ ਨਾ ਕਿਤੇ ਤਾਲਿਬਾਨਾਂ ਨੇ ਵੀ ਇੱਕ ਇੰਡੀਕੇਸ਼ਨ ਦਿੱਤੀ ਹੈ ਜਦੋਂ ਉਹਨਾਂ ਨੇ ਪਾਣੀਪਤ ਬ੍ਰਿਗੇਡ ਰੱਖੀ ਹੈ ਨਾ, ਤਾਂ ਉਹ ਇਹ ਜਿਹੜਾ ਜਮਗਟ ਇਕੱਠਾ ਹੋ ਰਿਹਾ, ਇਹਦਾ ਜਿਹੜਾ ਪੂਰਾ ਫੋਕਸ ਹੋਊਗਾ, ਜਿਹੜਾ ਦਬਾਅ ਦਾ ਫੋਕਸ ਹੋਊਗਾ, ਉਹ ਪੰਜਾਬ ਹੀ ਹੋਊਗਾ, ਭਾਰਤੀ ਪੰਜਾਬ। ਤਾਂ ਇਹ ਬਾਰਡਰ ਹਾਰਡ ਹੁੰਦਾ ਜਾਊਗਾ, ਇੱਥੇ ਮਿਲਟਰਾਈਜੇਸ਼ਨ ਵੱਧਦੀ ਜਾਊਗੀ, ਅਤੇ ਇਹਦੇ ਨਾਲ ਇਹ ਆ ਕਿ ਇੱਥੋਂ ਭਾਰਤ ਦੀ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੀਆਂ ਇੱਥੋਂ ਦੇ ਲੋਕਾਂ ਦੀਆਂ ਗਰੀਵੈਂਸਿਸ ਆ, ਜੋ ਇਹਨਾਂ ਨਾਲ ਵਾਅਦੇ ਹੋਏ ਸੀਗੇ, ਜੋ ਇਹਨਾਂ ਦੀਆਂ ਐਸਪੀਰੇਸ਼ਨਸ ਆ, ਉਹਨੂੰ ਕਿਸੇ ਤਰੀਕੇ ਨਾਲ ਨਜਿੱਠੇ। ਅਤੇ ਕਿਉਂਕਿ ਆਬਾਦੀਆਂ ਦੇ ਸਿਰ 'ਤੇ ਲੜਾਈਆਂ ਲੜੀਆਂ ਜਾਂਦੀਆਂ ਹੁੰਦੀਆਂ, ਇੱਥੇ ਲੌਜਿਸਟਿਕਸ ਬੇਸਿਸ ਬਣਨੀਆਂ ਲੜਨ ਦੀਆਂ। ਅਤੇ ਦੂਸਰਾ ਸਾਡੇ ਪੋਲੀਟੀਸ਼ੀਅਨਸ ਨੂੰ ਵੀ ਚਾਹੀਦਾ ਕਿ ਵੀ ਉਹਨਾਂ ਨੂੰ ਵੀ ਅਗਾਹ ਕਰਾਵੇ ਕਿ ਵੀ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੈ, ਤੁਹਾਡੀਆਂ ਸਾਨੂੰ ਪਤਾ ਹੈ ਕਿ ਵੀ ਅਸੀਂ ਕੀ ਹੈਸੀਅਤ ਰੱਖਦੇ ਹਾਂ ਇੱਥੇ ਬੈਠੇ, ਅਤੇ ਸਾਨੂੰ ਉਸ ਹਿਸਾਬ ਨਾਲ ਟਰੀਟ ਕਰੋ, ਨਾ ਕਿ ਸਾਨੂੰ ਤੁਸੀਂ ਕਿਸੇ ਮੱਧ ਪ੍ਰਦੇਸ਼ ਦੇ ਕਿਸੇ ਭੀਲਾਂ ਵਾਂਗੂ ਜਾਂ ਹੋਰਾਂ ਵਾਂਗੂ ਟਰੀਟ ਕਰਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੋ। ਸੋ ਇਹ ਸਾਡੇ 'ਤੇ ਹੈ। ਬਾਰਡਰ ਹਾਰਡ ਹੋਣਗੇ, ਸਾਡੇ ਡਿਫੀਕਲਟ ਹੋਣਗੇ, ਅਤੇ ਕੋਸ਼ਿਸ਼ ਹਿੰਦੁਸਤਾਨ ਕਰ ਰਿਹਾ ਕਿ ਦੋਨੇ ਪਾਸੇ ਪਲੇ ਕਰੇ, ਰੂਸ ਅਤੇ ਅਮਰੀਕਾ, ਪਰ ਹੁਣ ਮੁਸ਼ਕਿਲ ਹੁੰਦਾ ਜਾ ਰਿਹਾ। ਆਖਰੀ ਸਵਾਲ ਮੇਰਾ ਕਿ ਰੂਸ ਦਾ ਜਿਹੜਾ ਅਲਟੀਮੇਟ ਜਿਹੜਾ ਉੱਥੇ ਨਿਸ਼ਾਨਾ ਆ, ਗੋਲ ਕੀ ਹੋ ਸਕਦਾ ਆ? ਉਹ USSR ਵਾਂਗ ਕੋਈ ਸਾਮਰਾਜ ਖੜਾ ਕਰਨਾ ਚਾਹੁੰਦਾ ਹੈ, ਜਾਂ ਪੁਤਨ ਜਿਹੜਾ ਹੈ ਆਪਣੇ ਆਪ ਨੂੰ ਇੱਕ ਸਟਰੋਂਗ ਲੀਡਰ ਵਾਂਗ, ਜਾਂ ਉਹ ਜਿਹੜੇ ਨਵੇਂ 2 ਦੇਸ਼ ਵਾ ਉਹਨਾਂ ਨੂੰ ਬਿਲਕੁਲ ਆਜ਼ਾਦ ਖਿੱਤਾ ਵੱਖ ਬਣਾਉਣਾ ਚਾਹੁੰਦਾ? ਅਲਟੀਮੇਟ ਗੋਲ ਜਿਹੜਾ ਹੈ ਰੂਸ ਦਾ ਇਸ ਇਨਵੇਜਨ ਦੇ ਪਿੱਛੇ ਕੀ ਆ? ਦੇਖੋ, ਸਾਮਰਾਜ ਤਾਂ ਸਾਰੇ ਹੀ ਖੜੇ ਕਰਦੇ ਹੈ ਨਾ। ਸਾਮਰਾਜ ਤਾਂ ਅਮਰੀਕਾ ਵੀ ਸਾਮਰਾਜ ਹੀ ਆ, ਉਹ ਜਿਹੜੇ ਮੁਲਕ ਉਹਦੇ ਨਾਲ ਜੁੜੇ ਹੋਏ ਆ, ਉਹ ਅੱਡ ਹਰਾਰਕੀ 'ਚ ਜੁੜੇ ਹੋਏ ਆ। ਕੋਈ ਨਾਟੋ 'ਚ ਜੁੜਿਆ ਹੋਇਆ, ਕੋਈ ਕੁਆਡ 'ਚ ਉਹਦੇ ਨਾਲ ਜੁੜਿਆ ਹੋਇਆ, ਕੋਈ ਕਿਵੇਂ ਜੁੜਿਆ ਹੋਇਆ, ਕੋਈ ਉਹਦੇ ਨਾਲ ਮਤਲਬ ਅੱਡ ਤਰੀਕਿਆਂ ਨਾਲ ਉਹਦੇ ਨਾਲ ਜੁੜੇ ਹੋਏ, ਤਾਂ ਉਹ ਹੈ ਤਾਂ ਸਾਮਰਾਜ ਹੀ। ਰੂਸ ਵੀ ਆਪਦਾ ਹੀ ਜਿਹੜਾ ਪੁਰਾਣਾ ਸਾਮਰਾਜ ਆ ਉਹਨੂੰ ਦੁਬਾਰਾ ਉਹ ਰੀਸਟੈਬਲਿਸ਼ ਕਰਨਾ ਚਾਹੁੰਦਾ, ਉਦੋਂ ਵੀ ਵਧਣਾ ਚਾਹੁੰਦਾ। ਰੂਸ ਦੇ ਉੱਤੇ ਮੋਟੇ ਤੌਰ 'ਤੇ 3 ਨੱਕੇ ਲਾਏ ਹੋਏ ਹੁੰਦੇ ਸੀਗੇ ਜੋ ਸੋਵੀਅਤ ਰੂਸ ਸੀ, ਜਾਂ ਉਦੋਂ ਬਾਅਦ ਵਧਾਏ, ਜਿਹੜੇ ਉਹਨੂੰ ਟਾਈਟਨਿੰਗ ਕੀਤੀ, ਨੇੜੇ ਕੀਤੇ। ਇੱਕ ਪਾਸੇ ਉਹਨਾਂ ਨੇ ਨਾਟੋ ਦੇ ਦੇਸ਼ ਰੱਖੇ ਪੱਛਮੀ ਸ਼ੋਰ 'ਤੇ, ਇੱਕ ਪਾਸੇ ਉਹਨਾਂ ਨੇ ਜਾਪਾਨ ਅਤੇ ਸਾਊਥ ਕੋਰੀਆ ਰੱਖੇ ਦਬਾਅ ਦੂਜੇ ਪਾਸੇ ਪਾਉਣ ਨੂੰ, ਅਤੇ ਨੀਚੇ ਉਹਨੇ ਇੱਕ ਤੁਰਕੀ ਅਤੇ ਹੋਰ ਮੁਸਲਮਾਨ ਦੇਸ਼ ਖੜੇ ਰੱਖੇ। ਆਪਾਂ ਨੂੰ 79 ਦਾ ਪਤਾ ਹੀ ਆ, ਪਾਕਿਸਤਾਨ ਨੇ ਕਿਵੇਂ ਠੱਲ ਪਾਈ ਸੀ ਉਹਨੂੰ। ਅੱਜ ਰੂਸ ਤਕਰੀਬਨ ਉਹ ਸਾਰੇ ਬੈਰੀਅਰਸ ਨੂੰ ਤੋੜਦਾ ਜਾਂਦਾ। ਜਿਹੜਾ ਪਾਕਿਸਤਾਨ ਉਹਨੇ ਆਪਦੇ ਨਾਲ ਲਿਆ, ਉਹ ਸਦੀਆਂ ਦੀ ਮਤਲਬ 300 ਸਾਲ ਦੀ ਘਾਲਣਾ ਹੈ ਉਹਨਾਂ ਦੀ, 400 ਸਾਲ ਦੀ, ਜਿਹੜੀ 300 ਸਾਲ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਕਿਵੇਂ ਨਾ ਕਿਵੇਂ ਗਰਮ ਸਮੁੰਦਰ ਤੱਕ ਪਹੁੰਚ ਜਾਈਏ। ਅਤੇ ਜੇ ਉਹ ਅਫਗਾਨਿਸਤਾਨ 'ਚੋਂ ਨਿਕਲ ਕੇ ਅਤੇ ਅੱਗੇ ਆਉਂਦੇ ਆ, ਤਾਂ ਸਮਝ ਲਓ ਇੱਕ ਤਰ੍ਹਾਂ ਦੀ ਇੱਕ ਬਹੁਤ ਵੱਡੀ ਜੀਓਪੋਲੀਟੀਕਲ ਚੇਂਜ ਹੈਗੀ ਆ। ਅਤੇ ਡੈਫੀਨੇਟਲੀ ਉਹ ਆਪਦਾ ਸਾਮਰਾਜ ਕਹਿ ਲਓ ਜਾਂ ਵੱਡਾ ਰਾਜ ਕਹਿ ਲਓ ਕਾਇਮ ਕਰਨਾ ਚਾਹੁੰਦਾ। ਅਤੇ ਅਮਰੀਕਾ ਦੇ ਕੋਲੇ ਜਿਹੜੇ ਫਰੰਟ ਖੁੱਲ੍ਹ ਗਏ ਆ, ਮਤਲਬ ਜਿਹੜੇ ਉਹਨੂੰ ਲੜਨਾ ਪੈ ਰਿਹਾ, ਉਹਨੂੰ ਕਈ ਫਰੰਟਸ 'ਤੇ ਲੜਨਾ ਪੈ ਰਿਹਾ। ਅਤੇ ਦੇਸ਼ਾਂ ਨੂੰ ਜਦੋਂ ਮਲਟੀਪਲ ਫਰੰਟ ਖੁੱਲ੍ਹ ਜਾਣ, ਠੀਕ ਹੈ ਨਾ ਜੀ, ਲੜਨ ਵਾਸਤੇ, ਤਾਂ ਉੱਥੇ ਕਈ ਵਾਰੀ ਉਹਦੀ ਫੋਰਸ ਵੰਡੀ ਜਾਂਦੀ ਆ, ਤਾਕਤ ਵੰਡੀ ਜਾਂਦੀ ਆ। ਅਤੇ ਉਹ ਵੇਖੋ ਹੁਣ ਕਿ ਇਹ ਬੈਟਲ ਤਾਂ ਇੱਕ ਪਲੇ ਆਊਟ ਹੋ ਰਹੀ ਆ, ਹੁਣ ਇਹ ਕਿੱਥੇ ਤੱਕ ਜਾਂਦੀ ਆ, ਕੌਣ ਕਿਹਨੂੰ ਅੱਗੇ ਨਿਕਲਦਾ, ਇਹ ਸਮਾਂ ਹੀ ਦੱਸਾਂ। ਜਿਵੇਂ ਹੁਣ ਰੂਸ ਆਪਣੀ ਤਾਕਤ ਜਿੰਨਾ ਪ੍ਰਭਾਵ ਵਧਾ ਰਿਹਾ ਨਾ ਮੁਸਲਿਮ ਕੰਟਰੀਜ਼ ਦੇ ਉੱਤੇ, ਇਸ ਤੋਂ ਪਹਿਲਾਂ ਚੀਨ ਵੀ ਇਹ ਕੋਸ਼ਿਸ਼ ਕਰ ਚੁੱਕਾ, ਕੋਸ਼ਿਸ਼ ਵੀ ਉਹ ਕਾਮਯਾਬ ਵੀ ਹੋ ਚੁੱਕਾ ਕਾਫੀ ਹੱਦ ਤੱਕ। ਅਤੇ ਭਵਿੱਖ ਦੇ ਵਿੱਚ ਜੇ ਰੂਸ ਵੀ ਆਪਣੀ ਉਹ ਐਕਸਪੈਂਸ਼ਨ ਦੀ ਪੋਲਿਸੀਜ਼ ਰੱਖਦਾ ਇੱਧਰ ਨੂੰ, ਅਤੇ ਚੀਨ ਦੇ ਨਾਲ, ਕਿਉਂਕਿ ਚੀਨ ਨੇ ਇੱਕ ਆਪਣਾ ਵੱਡਾ ਉਹਦੇ ਉੱਤੇ ਇਨਵੈਸਟਮੈਂਟ ਕੀਤੀਆਂ ਹੋਈਆਂ ਨੇ, ਅਤੇ ਕੋਈ ਇਹਨਾਂ ਦੇ ਆਪਸੀ ਟਸਲ ਦੀ ਕੋਈ ਸੰਭਾਵਨਾ ਹੈ ਕਿ ਜਾਂ ਇਕੱਠੇ ਚੱਲ ਸਕਦੇ ਆ? ਦੇਖੋ, ਚੀਨ ਅਤੇ ਰੂਸ ਅੱਜ ਟੈਕਟੀਕਲੀ ਨੇੜੇ ਆ। ਮੋਟੇ ਤੌਰ 'ਤੇ ਜੋ ਕੋਸ਼ਿਸ਼ ਆ ਉਹਨਾਂ ਦੀ ਇਹ ਹੈ ਕਿ ਵੀ ਦੂਜਾ ਗਲ ਪੈ ਜਾਏ ਅਮਰੀਕਾ ਦੇ, ਠੀਕ ਹੈ ਨਾ, ਵੀ ਦੂਜਾ ਗਲ ਪੈ ਜਾਏ ਸਿਰ 'ਚੋਂ। ਇਹ ਨਹੀਂ ਕਿ ਵੀ ਚੀਨ ਅਤੇ ਰੂਸ ਪਾਸਟ 'ਚ ਲੜੇ ਨਹੀਂ, ਠੀਕ ਹੈ, ਉਹ ਪਾਸਟ 'ਚ ਲੜੇ ਆ,
ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੀਜ਼ਾਂ ਐਸੀਆਂ ਖੜੀਆਂ ਹੋ ਰਹੀਆਂ ਜਿਨ੍ਹਾਂ 'ਚ ਉਹਨਾਂ ਦੀ ਲੜਾਈ ਹੋ ਸਕਦੀ ਹੈ। ਉਸੂਰੀ ਦਰਿਆ ਜਿੱਥੇ ਟਕਰਾਏ ਸੀ, ਪਰ ਹਾਲੇ ਤੱਕ ਹਿਸਟੋਰੀਕਲੀ ਬਹੁਤ ਘੱਟ ਕਲੈਸ਼ਸ ਹੋਏ ਆ ਚੀਨ ਦੇ ਤੇ ਰੂਸ ਦੇ, ਠੀਕ ਹੈ ਜੀ। ਪਰ ਜਿਵੇਂ ਹੁਣ ਉਹ ਟ੍ਰੇਡ ਰੂਟ ਖੋਲ੍ਹ ਰਹੇ ਆ, ਟ੍ਰੇਨਾਂ ਦੇ ਸਫ਼ਰ ਹੋਣ ਦੀ ਚਾਂਸ ਆ, ਹੋਰ ਚੀਜ਼ਾਂ ਦੀ ਆ, ਗੁੱਡਸ ਜਾਣ ਦਾ ਚਾਂਸ ਆ, ਤਾਂ ਜੇ ਉਹਨਾਂ ਨੇ ਜੇ ਅਮਰੀਕਾ ਢਹਿ ਜਾਂਦਾ, ਠੀਕ ਹੈ ਨਾ, ਅਮਰੀਕਾ ਕਮਜ਼ੋਰ ਹੋ ਜਾਂਦਾ ਜਾਂ ਵੈਸਟਰਨ ਯੂਰਪ, ਤਾਂ ਫਿਰ ਸਰਦਾਰੀ ਪਿੱਛੇ ਲੜਾਈ ਦੇ ਚਾਂਸ ਤਾਂ ਹੁੰਦੇ ਹੀ ਆ। ਅਜੇਪਾਲ ਬਰਾੜ ਸਾਹਿਬ ਨੇ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ, ਉਹਦੇ ਪਿਛੋਕੜ ਬਾਰੇ ਸੰਖੇਪ ਦੇ ਵਿੱਚ, ਤੇ ਭਵਿੱਖ ਦੇ ਵਿੱਚ ਜੋ ਹੋ ਸਕਦਾ ਤੇ ਉਹਦਾ ਇਸ ਖਿੱਤੇ 'ਤੇ ਕੀ ਪ੍ਰਭਾਵ ਪੈ ਸਕਦਾ, ਇਹਨਾਂ ਸਾਰਿਆਂ ਮੁੱਦਿਆਂ ਦੇ ਉੱਪਰ ਉਹਨਾਂ ਨੇ ਸੰਖੇਪ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਆ। ਤੇ ਇਸ ਤੋਂ ਬਾਅਦ ਜੋ ਵੀ ਡਿਵੈਲਪਮੈਂਟਸ ਉੱਥੇ ਹੁੰਦੀਆਂ ਆ ਉਹਦੇ ਬਾਰੇ ਅਸੀਂ ਦਰਸ਼ਕਾਂ ਨੂੰ ਅਪਡੇਟ ਦਿੰਦੇ ਰਵਾਂਗੇ। ਅਜੇਪਾਲ ਬਰਾੜ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਜੀ, ਧੰਨਵਾਦ ਚੈਨਲ 'ਤੇ ਆਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।